ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧੀਨ ਮੈਂ ਨਵਦੀਪ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਨੀਕੇ ਬਾਂਗਰ ਵਿਖੇ ਸਿਹਤ ਸੰਭਾਲ ਦਾ ਵਿਸ਼ਾ ਪੜ੍ਹਾ ਰਹੀ ਹਾਂ। ਮੈਂ ਅੱਜ ਦੀ ਇਸ ਵੀਡੀਓ ਵਿੱਚ 10ਵੀਂ ਕਲਾਸ ਦੇ 2 ਈਅਰ ਪੈਟਰਨ ਅਨੁਸਾਰ ਯੂਨਿਟ ਨੰਬਰ 1 ਬਾਰੇ ਜਾਣਕਾਰੀ ਦੇਵਾਂਗੀ। ਇਸ ਦਾ ਨਾਮ ਹੈ ਇਮੂਨਾਈਜੇਸ਼ਨ। ਸੋ ਬੱਚਿਓ, ਅੱਜ ਅਸੀਂ 10ਵੀਂ ਕਲਾਸ ਦਾ ਜਿਹੜਾ ਹੈਗਾ ਵਾ ਯੂਨਿਟ 1 ਉਹਦੇ ਬਾਰੇ ਪੂਰੀ ਡਿਟੇਲ 'ਚ ਪੜ੍ਹਾਂਗੇ। पूरा यूनिट कंप्लीट करांगे। ਉਹਦੇ ਵਿੱਚ ਵੱਖਰੇ ਵੱਖਰੇ ਚੈप्टर ने वो ਆਪਾਂ इस वीडियो ਵਿੱਚ कवर करने ਆ। सो ਉਹਦੇ ਵਿੱਚ सब तो पहला हैगा वा टॉपिक हैगा इम्यूनिटी एंड इट्स टाइप इम्यून सिस्टम। The immune system in our body's way of helping to protect us from infection। ਬੱਚੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਮਿਊਨ ਸਿਸਟਮ ਕੀ ਹੈਗਾ ਵਾ ਜਾਂ ਇਮਿਊਨਿਟੀ ਕੀ ਹੈਗੀ ਆ, ਇਹ ਕਿਵੇਂ ਕੰਮ ਕਰਦੀ ਆ। ਮੈਂ ਤੁਹਾਨੂੰ ਸਿੰਪਲ ਤੇ ਸਾਦੇ ਭਾਸ਼ਾ ਵਿੱਚ ਸਮਝਾਉਂਦੀ ਹਾਂ ਕਿ ਇਮਿਊਨ ਸਿਸਟਮ ਜਿਹੜਾ ਹੈਗਾ ਉਹ ਸਾਨੂੰ ਇਨਫੈਕਸ਼ਨ ਤੋਂ, ਕਿਸੇ ਵੀ ਲਾਗ ਤੋਂ, ਕਿਸੇ ਬੈਕਟੀਰੀਆ ਤੋਂ, ਕਿਸੇ ਪੈਰਾਸਾਈਟਸ ਤੋਂ ਸਾਨੂੰ ਬਚਾਉਂਦਾ ਹੈਗਾ। ਇਹ ਇੱਕ ਸਾਡੇ ਸਰੀਰ ਦਾ ਢੰਗ ਹੈਗਾ ਵਾ, ਮਤਲਬ ਕਿ ਸਾਨੂੰ ਬਿਮਾਰੀਆਂ ਤੋਂ ਬਚਾ ਕੇ ਰੱਖਣ ਦਾ। ਠੀਕ ਹੈ, ਜਦੋਂ ਸਾਡੇ ਸਰੀਰ 'ਤੇ ਕੋਈ ਵਾਇਰਸ, ਬੈਕਟੀਰੀਆ ਜਾਂ ਹੋਰ ਕੋਈ ਜਰਾਸੀਮ ਹਮਲਾ ਕਰਦੇ ਨੇ ਤੇ ਇਹ ਉਹਨਾਂ ਦੇ ਨਾਲ ਲੜਦਾ ਵਾ ਤੇ ਆਪਣੇ ਆਪ ਨੂੰ ਠੀਕ ਕਰਦਾ ਵਾ। ਠੀਕ ਹੈ, ਇਵੇਂ ਇਹ ਨਹੀਂ ਆ ਕਿ ਉਸ ਟਾਈਮ ਠੀਕ ਕਰਤਾ ਤੇ ਫਿਰ ਸਾਨੂੰ ਬਿਮਾਰੀ ਹੋ ਗਈ। ਈਵਨ ਕਿ ਜਦੋਂ ਉਹ ਜਿਹੜੀ ਸਾਨੂੰ ਬਿਮਾਰੀ ਹੋਈ ਆ ਉਹਦੇ ਜਿਹੜੇ ਲੜਨ ਵਾਲੇ, ਉਹਦੇ ਵਿਰੁੱਧ ਲੜਨ ਵਾਲੇ ਜਰਾਸੀਮ ਹੈਗੇ ਆ, ਉਹਨਾਂ ਦੇ ਮਤਲਬ ਕਿ ਇੰਨਾ ਸਮਰੱਥ ਬਣਾ ਦਿੰਦਾ ਸਾਡੇ ਸਰੀਰ ਨੂੰ ਕਿ ਉਹ ਜਦੋਂ ਦੁਬਾਰਾ ਬਿਮਾਰੀ ਹੁੰਦੀ ਆ ਅਬਲ ਤੇ ਉਹਦੇ ਚਾਂਸਸ ਘੱਟ ਹੋ ਜਾਂਦੇ ਉਹ ਬਿਮਾਰੀ ਹੋਣ ਦੇ। ਜੇ ਹੁੰਦੀ ਵੀ ਹੈ ਤਾਂ ਇੰਨਾ ਖਤਰਨਾਕ ਨਹੀਂ ਹੁੰਦਾ ਹੈਗਾ। ਮਤਲਬ ਕਿ ਫਿਊਚਰ 'ਚ ਵੀ ਸਾਡੀ ਇਹ ਇਮਿਊਨ ਸਿਸਟਮ ਹੈਲਪ ਕਰਦਾ ਹੈਗਾ ਵਾ। ਤੁਸੀਂ ਵੇਖੋ ਬੱਚਿਓ, ਦੇਖਿਆ ਹੋਏਗਾ ਕਿ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਕਹਿ ਦਿੰਦੇ ਆ ਕਿ ਉਹਨਾਂ ਦੀ ਇਮਿਊਨਿਟੀ ਪਾਵਰ ਜਿਹੜਾ ਘੱਟ ਆ, ਉਹ ਛੇਤੀ ਇਨਫੈਕਸ਼ਨ ਕੈਰੀ ਕਰ ਲੈਂਦੇ ਆ, ਮਤਲਬ ਛੇਤੀ ਬਿਮਾਰ ਹੋ ਜਾਂਦੇ ਨੇ। ਇਸੇ ਕਰਕੇ ਤੁਸੀਂ ਦੇਖਿਆ ਹੋਏਗਾ ਕਿ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਆਸ਼ਾ ਵਰਕਰ ਨੇ, ਈਵਨ ਕਿ ਸ਼ਹਿਰਾਂ ਦੇ ਵਿੱਚ ਪ੍ਰਾਈਵੇਟ ਡਾਕਟਰਸ ਨੇ ਜੋ ਬੱਚਿਆਂ ਦੇ, ਉਹ ਬੱਚਿਆਂ ਨੂੰ, ਛੋਟੇ ਬੱਚਿਆਂ ਨੂੰ ਇਮੂਨਾਈਜੇਸ਼ਨ ਦੇ ਟੀਕੇ ਲਗਾਉਂਦੇ ਨੇ। ਮਤਲਬ ਕਿ ਵੱਖਰੇ ਵੱਖਰੇ ਬਿਮਾਰੀਆਂ ਦੇ ਵਿਰੁੱਧ ਲੜਨ ਵਾਲੇ ਵੈਕਸੀਨੇਸ਼ਨ ਉਹਨਾਂ ਨੂੰ ਕੀਤੀ ਜਾਂਦੀ ਹੈ ਤਾਂ ਕਿ ਉਹਨਾਂ ਦੀ ਇਮਿਊਨਿਟੀ ਜਿਹੜੀ ਆ, ਬਿਮਾਰੀਆਂ ਦੇ ਵਿਰੁੱਧ ਲੜਨ ਵਾਲੀ ਤਾਕਤ ਆ, ਉਹ ਸਟਰੋਂਗ ਹੋ ਜਾਵੇ, ਤਾਂ ਕਿ ਉਹਨਾਂ ਨੂੰ ਕੋਈ ਭਿਆਨਕ ਬਿਮਾਰੀ ਜਾਂ ਕਿਸੇ ਵੀ ਬਿਮਾਰੀ ਹੋਣ ਦਾ ਖਦਸ਼ਾ ਜਿਹੜਾ ਵਾ ਉਹ ਘੱਟ ਜਾਵੇ। ਇਸ ਕਰਕੇ ਇਮਿਊਨਿਟੀ ਕੀ ਕਰਦੀ ਹੈ, ਤੁਸੀਂ ਸਿੰਪਲ ਯਾਦ ਰੱਖਣਾ ਹੈ ਕਿ ਇਮਿਊਨ ਸਿਸਟਮ ਜਿਹੜਾ ਹੈਗਾ ਸਾਨੂੰ ਲਾਗ ਤੋਂ ਬਚਾਉਣ ਦਾ ਇੱਕ ਸਰੀਰ ਦਾ ਢੰਗ ਹੈਗਾ ਵਾ। ਜਿਹੜੀ ਸਾਡੇ ਅੰਦਰ ਜਿਹੜੇ ਬੈਕਟੀਰੀਆ, ਪੈਰਾਸੀਟ ਵਗੈਰਾ ਹੈਗੇ ਨੇ, ਜਦੋਂ ਐਂਟਰ ਕਰਦੇ ਆ ਤਾਂ ਇਮਿਊਨ ਸਿਸਟਮ ਉਹਨਾਂ ਦੇ ਵਿਰੁੱਧ ਲੜ ਕੇ ਤੇ ਸਾਨੂੰ ਠੀਕ ਕਰਦਾ ਹੈਗਾ ਵਾ। ਸੋ ਇਹਦੀ ਅੱਗੇ ਆਪਾਂ ਟਾਈਪਸ ਪੜ੍ਹਾਂਗੇ। ਇਹਦੀਆਂ 2 ਤਰ੍ਹਾਂ ਦੀ ਹੈਗੀ ਆ ਇਮਿਊਨਿਟੀ ਦੀ ਟਾਈਪਸ, ਇਨੇਟ ਇਮਿਊਨਿਟੀ ਤੇ ਅਡੈਪਟਿਵ ਇਮਿਊਨਿਟੀ। ਇਨੇਟ ਇਮਿਊਨਿਟੀ ਬੱਚਿਓ ਉਹ ਹੁੰਦੀ ਆ ਜਿਹੜੀ ਸਾਨੂੰ ਬਾਏ ਬਰਥ ਹੀ ਮਿਲਦੀ ਆ, ਪੈਦਾਇਸ਼ੀ ਹੁੰਦੀ ਆ, ਅਤੇ ਇਹ ਸਾਡੇ ਕੁਛ ਸਰੀਰ ਦੇ ਜਿਹੜੇ ਹਿੱਸਿਆਂ ਦੇ ਵਿੱਚ ਪਾਈ ਗਈ ਆ। ਇਟ ਇਨਕਲੂਡ ਬੋਡੀ ਬੈਰੀਅਰਸ ਲਾਈਕ ਸਕਿਨ, ਸਲਾਈਵਾ, ਟੀਅਰਸ, ਐਸਿਡ ਇਨ ਯੂਅਰ ਸਟਮਕ। ਕਿੱਥੇ ਕਿੱਥੇ ਪ੍ਰੈਜੈਂਟ ਹੁੰਦੀ ਆ ਸਾਡੇ ਸਰੀਰ ਦੇ ਵਿੱਚ? ਸਾਡੀ ਚਮੜੀ ਦੇ ਵਿੱਚ ਹੁੰਦੀ ਆ, ਜਿਹੜਾ ਸਾਡੇ ਢਿੱਡ ਦੇ ਵਿੱਚ ਮੌਜੂਦ ਤੇਜ਼ਾਬ ਹੁੰਦਾ ਉਹਦੇ ਵਿੱਚ ਹੁੰਦੀ ਆ, ਸਾਡੇ ਥੁੱਕ ਵਿੱਚ ਹੰਝੂ, ਟੀਅਰਸ ਜਿਹੜੇ ਨੇ ਉਹਨਾਂ ਦੇ ਵਿੱਚ ਇਹ ਜਿਹੜੀ ਇਮਿਊਨਿਟੀ ਆ ਪਾਈ ਜਾਂਦੀ ਆ। ਅਤੇ ਅਡੈਪਟਿਵ ਇਮਿਊਨਿਟੀ ਹੁੰਦੀ ਆ। ਅਡੈਪਟਿਵ ਬੱਚੇ, ਅਡੈਪਟ ਮਤਲਬ ਕਿਸੇ ਨੂੰ ਅਸੀਂ ਬਾਹਰੋਂ ਅਡੈਪਟ ਕਰਨਾ ਕਿਸੇ ਚੀਜ਼ ਨੂੰ, ਇਹ ਅਸੀਂ ਬਾਹਰੋਂ ਟੀਕਿਆਂ ਦੇ ਥਰੂ, ਇਮੂਨਾਈਜੇਸ਼ਨ ਦੇ ਥਰੂ ਆਪਣੇ ਸਰੀਰ ਦੇ ਵਿੱਚ ਜਿਹੜੀ ਇਮਿਊਨਿਟੀ ਆ ਉਹ ਪੈਦਾ ਕਰਦੇ ਹੈਗੇ ਆ। ਜਦੋਂ ਵੇਖੋ, ਜਦੋਂ ਕੋਈ ਵਿਅਕਤੀ ਬਿਮਾਰ ਹੁੰਦਾ ਤਾਂ ਉਹਨੂੰ ਨਾਲ ਐਂਟੀਬਾਇਓਟਿਕ ਇੰਜੈਕਸ਼ਨ ਦਿੱਤੇ ਜਾਂਦੇ ਆ ਜਾਂ ਐਂਟੀਬਾਇਓਟਿਕ ਟੈਬਲੇਟ ਦਿੱਤੀ ਜਾਂਦੀ ਆ। ਉਹ ਕੀ ਕਰਦੇ ਨੇ? ਉਹ ਐਂਟੀਬਾਇਓਟਿਕ ਕੀ ਕਰਦੇ ਨੇ? ਸਾਡੇ ਸਰੀਰ ਵਿੱਚ ਤਾਕਤ ਪੈਦਾ ਕਰਦੇ ਨੇ। ਉਹਨੂੰ ਅਸੀਂ ਮੰਨਾਂਗੇ ਅਡੈਪਟਿਵ ਇਮਿਊਨਿਟੀ, ਜਿਹੜੀ ਸਾਨੂੰ ਇਮੂਨਾਈਜੇਸ਼ਨ ਦੇ ਥਰੂ ਬਾਹਰੋਂ ਮਿਲਦੀ ਆ, ਜੋ ਪਰਟੀਕੂਲਰ ਕਿਸੇ ਬੈਕਟੀਰੀਆ, ਵਾਇਰਸ ਦੇ ਓਪੋਜ਼ਿਟ ਹੁੰਦੀ ਆ। ਸੋ 2 ਤਰ੍ਹਾਂ ਦੀ ਹੈਗੀ ਆ ਇਮਿਊਨਿਟੀ ਟਾਈਪਸ ਆਫ ਇਮਿਊਨਿਟੀ। 2 ਟਾਈਪਸ ਨੇ, ਇਨੇਟ ਇਮਿਊਨਿਟੀ, ਅਡੈਪਟਿਵ ਇਮਿਊਨਿਟੀ। ਇਨੇਟ ਇਮਿਊਨਿਟੀ ਤੁਹਾਨੂੰ ਮੈਂ ਪਹਿਲਾਂ ਹੀ ਦੱਸਤਾ ਕਿ ਜਿਹੜੀ ਸਾਨੂੰ ਬਾਏ ਬਰਥ ਹੀ ਮਿਲਦੀ ਹੈ ਅਤੇ ਸਾਡੇ ਅੰਦਰ ਹੀ ਸਰੀਰ ਦੇ ਕਈ ਹਿੱਸਿਆਂ ਵਿੱਚ ਪਾਈ ਜਾਂਦੀ ਆ। ਅਤੇ ਅਡੈਪਟਿਵ ਇਮਿਊਨਿਟੀ ਜਿਹੜੀ ਅਸੀਂ ਬਾਹਰੋਂ ਲੈਂਦੇ ਹਾਂ ਟੀਕਿਆਂ ਦੇ ਥਰੂ, ਇਮੂਨਾਈਜੇਸ਼ਨ ਦੇ ਥਰੂ। ਸੋ ਨੈਕਸਟ ਬੱਚਿਓ, ਇਹਦੇ ਵਿੱਚ ਹੈਗਾ ਇਮੂਨਾਈਜੇਸ਼ਨ। ਇਮੂਨਾਈਜੇਸ਼ਨ ਕੀ ਹੈਗਾ, ਇਹਦੀ ਆਪਾਂ ਤੁਹਾਨੂੰ ਡੈਫੀਨੇਸ਼ਨ ਦੱਸਾਂਗੇ। ਇਮੂਨਾਈਜੇਸ਼ਨ ਜਿਹੜੀ ਆ is defined as a procedure by which the body is prepared to fight against a specific disease. It is used to induce the immune resistance of body to a specific disease. It is of 2 types, active immunization and passive immunization. Immunization ਬੱਚਿਓ ਕੀ ਹੈਗਾ, ਇਹਦੇ ਵਿੱਚ ਪਲਸ ਪੋਲੀਓ ਜਿਹੜਾ ਅਸੀਂ ਇਮੂਨਾਈਜੇਸ਼ਨ, ਜਿੱਦਾਂ ਮੰਨ ਲਓ ਕਿ ਪਲਸ ਪੋਲੀਓ ਤੁਸੀਂ ਸੁਣਿਆ ਹੀ ਹੋਏਗਾ, ਜਿਹਦਾ ਪੋਲੀਓ ਦੀ ਵੈਕਸੀਨ ਲੱਗਦੀ ਹੈਗੀਆਂ ਵਾ,
ਔਰਲ ਜਿਹੜੀਆਂ ਡ੍ਰੌਪਸ ਮੂੰਹ 'ਚ ਬੂੰਦਾਂ ਪਾਈ ਜਾਂਦੀਆਂ, ਉਹ ਵੇਖੋ ਇਮੂਨਾਈਜੇਸ਼ਨ ਦੇ ਵਿੱਚ ਆਉਂਦੀਆਂ ਵਾ। ਉਹ ਕੀ ਕਰਦੇ ਆ, ਇੱਕ ਪ੍ਰੋਸੀਜਰ ਹੈਗਾ ਬੋਡੀ ਦਾ, ਮਤਲਬ ਕਿ ਸਾਡੀ ਬੋਡੀ ਨੂੰ ਇੱਦਾਂ ਦਾ ਬਣਾ ਦਿੰਦੇ ਕਿ ਜਦੋਂ ਸਾਨੂੰ ਕੋਈ ਸਪੈਸੀਫਿਕ ਡਿਸੀਜ਼ ਹੁੰਦੀ ਹੈ ਤੇ ਉਹ ਵਾਲੇ ਜਿਹੜੇ ਐਂਟੀਬਾਇਓਟਿਕ ਸਾਡੇ ਸਰੀਰ ਦੇ ਵਿੱਚ ਬਣੇ ਹੁੰਦੇ ਆ ਉਹ ਉਹਨਾਂ ਦੇ ਵਿਰੁੱਧ ਲੜਦੇ ਨੇ, ਉਹਨਾਂ ਦੇ ਵਿਰੁੱਧ ਲੜ ਕੇ ਸਾਨੂੰ ਠੀਕ ਕਰਦੇ ਨੇ, ਸਾਡੇ ਸਰੀਰ 'ਚ ਐਂਟੀਬਾਡੀਜ਼ ਜਿਹੜੀਆਂ ਬਣੀਆਂ ਹੁੰਦੀਆਂ ਨੇ। ਠੀਕ ਆ, ਕਿਸੇ ਪਰਟੀਕੂਲਰ ਡਿਸੀਜ਼ ਤੋਂ ਸਾਨੂੰ ਬਚਾਉਂਦੇ ਹੈਗੇ ਆ ਇਮੂਨਾਈਜੇਸ਼ਨ। ਤੇ ਦੋ ਤਰ੍ਹਾਂ ਦਾ ਵਾ, ਐਕਟਿਵ ਇਮੂਨਾਈਜੇਸ਼ਨ ਤੇ ਪੈਸਿਵ ਇਮੂਨਾਈਜੇਸ਼ਨ। ਐਕਟਿਵ ਇਮੂਨਾਈਜੇਸ਼ਨ ਕੀ ਹੈਗਾ, ਐਕਟਿਵ ਇਮਿਊਨਿਟੀ ਜਿਹਨੂੰ ਆਪਾਂ ਕਹਿ ਲੈਂਦੇ ਆ। ਇਮਿਊਨਿਟੀ ਯੂ ਡਿਵੈਲਪ ਆਫਟਰ ਬੀਇੰਗ ਐਕਸਪੋਜ਼ ਟੂ ਐਨ ਇਨਫੈਕਸ਼ਨ ਔਰ ਫਰੋਮ ਗੈਟਿੰਗ ਏ ਵੈਕਸੀਨ। ਐਕਟਿਵ ਇਮਿਊਨਿਟੀ ਹੁੰਦੀ ਕਿ ਜਦੋਂ ਅਸੀਂ ਕਿਸੇ ਬਿਮਾਰੀ ਦੇ ਮਤਲਬ ਕਿ ਆ ਜਾਂਦੇ ਆ, ਐਕਸਪੋਜ਼ ਹੋ ਜਾਂਦੇ ਆ, ਅਤੇ ਆਪਾਂ ਕੋਈ ਵੈਕਸੀਨ ਲੈਂਦੇ ਹਾਂ ਅਤੇ ਸਾਡੀ ਇਮਿਊਨਿਟੀ ਜਿਹੜੀ ਐਕਟਿਵ ਹੋ ਜਾਂਦੀ ਆ। ਅਤੇ ਪੈਸਿਵ ਇਮਿਊਨਿਟੀ ਹੁੰਦੀ ਆ ਜਿਹੜੀ ਅਕਵਾਇਰ ਕਰਦੇ ਆ ਕਿਸ ਤੋਂ ਵੀ ਜਾਂ ਕਿਸੇ ਵੀ ਜਗ੍ਹਾ ਤੋਂ, ਸਮਨ ਐਸ ਤੋਂ। ਐਕਟਿਵ ਦੇ ਅੱਗੇ ਫਿਰ ਦੋ ਟਾਈਪਸ ਨੇ, ਪੈਸਿਵ ਦੀਆਂ ਵੀ ਦੋ ਟਾਈਪਸ ਨੇ। ਐਕਟਿਵ ਦੇ ਵਿੱਚ ਨੈਚੁਰਲ ਅਤੇ ਆਰਟੀਫਿਸ਼ਲ ਆਉਂਦੀ ਆ, ਪੈਸਿਵ ਦੇ ਵਿੱਚ ਵੀ ਨੈਚੁਰਲ ਅਤੇ ਆਰਟੀਫਿਸ਼ਲ ਆਉਂਦੀ ਆ। ਐਕਟਿਵ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂਗੀ ਨੈਚੁਰਲ ਦੇ ਕੀ ਹੁੰਦੀ ਆ, ਐਂਟੀਬਾਡੀਜ਼ ਮੇਡ ਆਫਟਰ ਐਕਸਪੋਜ਼ ਟੂ ਐਨ ਇਨਫੈਕਸ਼ਨ। ਨੈਚੁਰਲ ਹੁੰਦੀ ਜਦੋਂ ਅਸੀਂ ਕਿਸੇ ਮਤਲਬ ਕਿ ਇਨਫੈਕਸ਼ਨ ਨੂੰ ਕੈਰੀ ਕਰ ਲਿਆ, ਕੋਈ ਜਰਾਸੀਮ, ਕੀਟਾਣੂ, ਪੈਰਾਸਾਈਟ ਸਾਡੇ ਅੰਦਰ ਗਏ ਅਤੇ ਸਾਡੇ ਨੈਚੁਰਲੀ ਕੁਦਰਤੀ ਤੌਰ 'ਤੇ ਅੰਦਰੋਂ ਐਂਟੀਬਾਡੀਜ਼ ਪ੍ਰੋਡਿਊਸ ਹੋ ਗਈਆਂ। ਠੀਕ ਆ। ਆਰਟੀਫਿਸ਼ਲ ਹੁੰਦੀ ਹੈ ਜਿਹੜੀ ਆਪਾਂ ਬਾਹਰੋਂ ਵੈਕਸੀਨ ਲੈਂਦੇ ਹਾਂ, ਬਾਹਰੋਂ ਕੋਈ ਟੀਕਾ ਲਵਾਇਆ, ਜਦੋਂ ਮੰਨ ਲਓ ਸਾਨੂੰ ਕੋਈ ਫੀਵਰ ਹੋਇਆ, ਸਾਡਾ ਕੋਈ ਹੋਰ ਬਿਮਾਰੀ ਸਾਨੂੰ ਲੱਗੀ ਹੈ ਅਤੇ ਆਪਾਂ ਟੀਕਾ ਲਵਾ ਕੇ ਮਤਲਬ ਕਿ 2-4 ਦਿਨ, ਜਿੱਦਾਂ ਡਾਕਟਰ ਦਾ ਆਪਣਾ ਮੈਥਡ ਹੁੰਦਾ ਕਿ 3 ਦਿਨ ਟੀਕੇ ਲਵਾਓ ਅਤੇ ਉਹ ਆਪਾਂ ਠੀਕ ਹੋ ਜਾਂਦੇ, ਉਹ ਹੋ ਗਈ ਆਰਟੀਫਿਸ਼ਲ ਇਮਿਊਨਿਟੀ ਜਿਹੜੀ ਸਾਨੂੰ ਬਾਹਰੋਂ ਟੀਕਿਆਂ ਦੇ ਥਰੂ ਮਿਲਦੀ ਆ। ਪੈਸਿਵ ਇਮਿਊਨਿਟੀ ਦੇ ਵਿੱਚ ਵੀ ਸੇਮ ਆ, ਨੈਚੁਰਲ ਅਤੇ ਆਰਟੀਫਿਸ਼ਲ। ਨੈਚੁਰਲ ਹੁੰਦੇ ਆ ਜਿਹੜੇ ਐਂਟੀਬਾਡੀਜ਼ ਆਪਾਂ ਟਰਾਂਸਮਿਟ ਕਰਦੇ ਹਾਂ ਫਰੋਮ ਮਦਰ ਟੂ ਬੇਬੀ, ਜਿੱਦਾਂ ਐਗਜ਼ੈਂਪਲ ਵਾਇਆ ਆਪਾਂ ਮਦਰ ਮਿਲਕ। ਜਿਹੜੇ ਬੱਚੇ ਛੋਟੇ, ਜਿੱਦਾਂ ਕਹਿ ਦਿੰਦੇ ਆ ਵੀ ਜਿਹੜੇ ਛੋਟੇ ਬੱਚੇ ਜਿਹੜੇ ਆ ਪਹਿਲੇ 6 ਮਹੀਨੇ ਜਾਂ ਸਾਲ ਤੱਕ ਬ੍ਰੈਸਟ ਫੀਡ ਕਰਦੇ ਆ ਅਤੇ ਉਹਨਾਂ ਦੀ ਇਮਿਊਨਿਟੀ ਪਾਵਰ ਥੋੜ੍ਹਾ ਦੂਜੇ ਬੱਚਿਆਂ ਨਾਲੋਂ, ਜਿਹੜੇ ਫੀਡ ਨਹੀਂ ਲੈਂਦੇ, ਬ੍ਰੈਸਟ ਫੀਡ ਨਹੀਂ ਲੈਂਦੇ, ਉਹਨਾਂ ਨਾਲੋਂ ਸਟਰੋਂਗ ਹੁੰਦੀ ਆ, ਕਿ ਉਹਨਾਂ ਨੂੰ ਨੈਚੁਰਲੀ ਤੌਰ 'ਤੇ ਜਿਹੜੇ ਆ ਮਦਰ ਦੀਆਂ ਇੰਟਰਨਲੀ ਐਂਟੀਬਾਡੀਜ਼ ਨੇ ਉਹਨਾਂ ਨੂੰ ਥਰੂ ਬ੍ਰੈਸਟ ਫੀਡ ਜਿਹੜੀਆਂ ਵਾ ਪਾਸ ਹੁੰਦੀਆਂ ਨੇ। ਆਰਟੀਫਿਸ਼ਲ ਦੇ ਵਿੱਚ ਜਿਹੜੀ ਐਂਟੀਬਾਡੀਜ਼ ਆਪਾਂ ਪ੍ਰੋਵਾਈਡ ਕਰਦੇ ਹਾਂ ਇਮਿਊਨ ਸੀਰਮ ਮੈਡੀਸਿਨ ਦੇ, ਜਿੱਦਾਂ ਮੈਂ ਤੁਹਾਨੂੰ ਪਹਿਲੇ ਦੱਸਿਆ ਵੀ ਆਪਾਂ ਬਾਹਰੋਂ ਜਿਹੜੇ ਲੈਂਦੇ ਹੈਗੇ ਆ ਮੈਡੀਸਿਨਸ, ਅਤੇ ਉਹਨਾਂ ਦੇ ਨਾਲ ਸਾਡੇ ਸਰੀਰ ਦੇ ਵਿੱਚ ਜਿਹੜੀਆਂ ਐਂਟੀਬਾਡੀਜ਼ ਬਣਦੀਆਂ ਨੇ। ਆਈ ਹੋਪ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਗਿਆ ਹੋਏਗਾ ਕਿ ਇਮੂਨਾਈਜੇਸ਼ਨ ਦੀਆਂ ਵੀ ਦੋ ਟਾਈਪਸ ਨੇ, ਐਕਟਿਵ ਅਤੇ ਪੈਸਿਵ। ਐਕਟਿਵ ਦੇ ਵਿੱਚ ਫਿਰ ਅੱਗੋਂ ਦੋ ਟਾਈਪਸ ਨੇ, ਨੈਚੁਰਲ ਅਤੇ ਆਰਟੀਫਿਸ਼ਲ। ਪੈਸਿਵ ਦੀਆਂ ਵੀ ਦੋ ਟਾਈਪ ਨੇ, ਨੈਚੁਰਲ ਅਤੇ ਆਰਟੀਫਿਸ਼ਲ। ਨੈਚੁਰਲ ਵਿੱਚ ਆਪਣੇ ਜਦੋਂ ਅਸੀਂ ਇਨਫੈਕਸ਼ਨ ਨੂੰ ਐਕਸਪੋਜ਼ ਕਰਦੇ ਹਾਂ, ਕਿਸੇ ਨੂੰ ਵੀ ਹੋ ਜਾਂਦੇ ਆ, ਅਤੇ ਉਹ ਆਪਣੇ ਆਪ ਹੀ ਐਂਟੀਬਾਡੀਜ਼ ਪ੍ਰੋਡਿਊਸ ਹੋ ਜਾਂਦੀਆਂ ਨੇ। ਠੀਕ ਆ। ਅੱਗੇ ਇਹਦੇ ਵਿੱਚ ਬੱਚੇ ਆ ਜਾਂਦਾ ਵੈਕਸੀਨ। ਵੈਕਸੀਨ ਕੀ ਹੁੰਦਾ, ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਡੈਫੀਨੇਸ਼ਨ ਪੜ੍ਹਾਂਗੇ ਵੈਕਸੀਨ ਦੀ। A vaccine is a biological preparation intended to produce immunity to a disease by stimulating the production of antibodies. Vaccine includes suspension of killed or untreated microorganism or products or derivatives of microorganism. The most common method of administering vaccine is by injection, but some are given by mouth or nasal spray. ਵੈਕਸੀਨ ਵਿੱਚ ਕੀ ਕੀਤਾ ਜਾਂਦਾ ਬੱਚੇ, ਵੈਕਸੀਨ ਉਹ ਦਵਾਈ ਹੁੰਦੀ ਹੈ ਜੋ ਬਾਇਓਲੋਜੀਕਲ ਤੌਰ 'ਤੇ ਹੀ ਮਤਲਬ ਕਿ ਤਿਆਰ ਹੁੰਦੀ ਆ ਅਤੇ ਕਿਸੇ ਬਿਮਾਰੀ ਪ੍ਰਤੀ ਸਾਡੀ ਸਰੀਰ ਦੀ ਇਮਿਊਨਿਟੀ ਵਧਾਉਂਦੀ ਆ। ਇਹਦੇ ਵਿੱਚ ਇੱਕ ਇਹੋ ਜਿਹਾ ਏਜੰਟ ਹੁੰਦਾ ਜੋ ਬਿਮਾਰ ਕਰਨ ਵਾਲੇ ਜਿਹੜੇ ਛੋਟੇ ਜਰਾਸੀਮ ਹੁੰਦੇ ਆ ਉਹਨਾਂ ਨਾਲ ਮੇਲ ਖਾਂਦਾ ਹੁੰਦਾ, ਅਤੇ ਉਹਨਾਂ ਨੂੰ ਮਤਲਬ ਕਿ ਉਹਨਾਂ ਦੇ ਕਮਜ਼ੋਰ ਜਾਂ ਮਰੇ ਹੋਏ ਜਿਹੜੇ ਮਾਈਕਰੋ ਆਰਗੈਨਿਜ਼ਮ ਹੁੰਦੇ ਆ ਉਹਨਾਂ ਤੋਂ ਬਣਾਈ ਜਾਂਦੀ ਆ, ਤਾਂ ਜੋ ਉਹਨਾਂ ਦਾ ਜਿਹੜਾ ਜ਼ਹਿਰ ਜਾਂ ਸਰਫੋਸ ਪ੍ਰੋਟੀਨ ਤੋਂ ਤਿਆਰ ਕੀਤੀ ਜਾਂਦੀ ਆ। ਅਤੇ ਇਹਦਾ ਏਜੰਟ ਜਿਹੜਾ ਸਾਡੇ ਸਰੀਰ ਦੇ ਇਮਿਊਨ ਸਿਸਟਮ ਨੂੰ ਇੱਕ ਏਜੰਟ ਬਾਹਰਲੇ ਤੱਤ ਵਜੋਂ ਪਛਾਣ ਕਰ ਲੈਂਦਾ ਅਤੇ ਖ਼ਤਮ ਕਰਦਾ, ਅਤੇ ਉਹਨੂੰ ਯਾਦ ਰੱਖਣ ਲਈ ਟੁੰਬਦਾ ਰਹਿੰਦਾ ਵਾ ਅਤੇ ਸਮਰੱਥਾ ਵਧਾਉਂਦਾ ਵਾ। ਇਹ ਹੁੰਦੀ ਵੈਕਸੀਨੇਸ਼ਨ। ਵੈਕਸੀਨੇਸ਼ਨ ਕੀ ਹੁੰਦੀ ਕਿ ਜੇ ਇਹਨੂੰ ਆਪਾਂ ਦੋ ਮਤਲਬ ਕਿ ਲੈ ਸਕਦੇ ਹਾਂ, ਦੋ ਤੌਰ 'ਤੇ ਲੈ ਸਕਦੇ ਹਾਂ, ਜਾਂ ਤਾਂ ਆਪਾਂ ਬਾਏ ਮਾਊਥ ਲੈਂਦੇ ਹਾਂ, ਜਿੱਦਾਂ ਆਪਾਂ ਟੈਬਲੇਟ ਵਗੈਰਾ ਲੈਂਦੇ ਹੈਗੇ ਆ, ਜਾਂ ਨੇਜ਼ਲ ਸਪਰੇਅ ਇਹਦੇ ਵਿੱਚ ਕੀਤੀ ਜਾਂਦੀ ਹੈਗੀ ਆ ਵੈਕਸੀਨੇਸ਼ਨ ਦੇ ਵਿੱਚ। ਵੈਕਸੀਨ ਦੇ ਵਿੱਚ ਮਤਲਬ ਕਿ ਇੱਕ ਬਾਇਓਲੋਜੀਕਲ ਤੌਰ 'ਤੇ ਦਵਾਈ ਤਿਆਰ ਕੀਤੀ ਜਾਂਦੀ ਹੈ ਜੋ ਸਾਡੇ ਸਰੀਰ ਦੇ ਇਮਿਊਨ ਸਿਸਟਮ ਨੂੰ ਵਧਾਉਂਦੀ ਆ। ਸਿੰਪਲ ਤੁਸੀਂ ਯਾਦ ਰੱਖਣਾ ਹੈ ਕਿ ਵੈਕਸੀਨ ਇੱਕ ਬਾਇਓਲੋਜੀਕਲ ਪ੍ਰੈਪਰੇਸ਼ਨ ਹੈਗੀ ਆ ਜਿਹੜੀ ਸਾਡੇ ਇਮਿਊਨ ਸਿਸਟਮ ਨੂੰ ਕੀ ਕਰਦੀ ਆ, ਸਾਡੇ ਐਂਟੀਬਾਡੀਜ਼ ਨੂੰ ਪ੍ਰੋਡਿਊਸ ਕਰਦੀ ਆ, ਸਟੀਮੂਲੇਟ ਕਰਦੀ ਆ। ਨੈਕਸਟ ਬੱਚੇ ਇਹਦੇ ਵਿੱਚ ਹੈਗਾ ਵੈਕਸੀਨ ਵਰਕ ਕਿੱਦਾਂ ਕਰਦੇ ਹੈਗੇ ਆ। ਵੈਕਸੀਨ ਵਰਕ ਕਿੱਦਾਂ ਕਰਦੀ ਹੈਗੀ ਆ, ਜਦੋਂ ਮੈਂ ਤੁਹਾਨੂੰ ਪਹਿਲੇ ਦੱਸਿਆ ਵੀ ਇਹ ਡੇਡ ਔਰ ਵੀਕਐਂਡ ਵਰਜ਼ਨ ਆਫ ਏ ਵਾਇਰਸ ਇਜ਼ ਗਿਵਨ ਟੂ ਸਮਨ ਇਨ ਏ ਵੈਕਸੀਨ। ਵੈਕਸੀਨ ਦੇ ਤੌਰ 'ਤੇ ਆਪਾਂ ਇੱਕ ਕੋਈ ਜਿਹੜਾ ਵਾਇਰਸ ਦੀ ਹੈਗੀ ਆ ਵੀਕਐਂਡ ਉਹਨੂੰ ਵਰਜ਼ਨ ਨੂੰ ਆਪਾਂ ਦਿੰਦੇ ਹੈਗੇ ਆ। ਇਹਦੇ ਵਿੱਚ ਸਮਾਲ ਜਿਹੜੇ ਸਕੇਲ 'ਤੇ ਵੈਕਸੀਨ ਵਾਇਰਸ ਇਨਫੈਕਸ਼ਨ ਰਾਈਜ਼ ਕਰਦਾ, ਬੋਡੀ ਅਲਾਰਮ ਮਤਲਬ ਕਿ ਜੋ ਸਾਡੇ ਅੰਦਰ ਐਂਟੀਬਾਡੀਜ਼ ਹੁੰਦੀਆਂ ਹਨ ਉਹਨਾਂ ਨੂੰ ਸਟੀਮੂਲੇਟ ਕਰਦਾ ਵਾ, ਤਾਂ ਜੋ ਸਾਨੂੰ ਇਨਫੈਕਸ਼ਨ ਹੋਈ ਆ ਉਹਦੇ ਵਿਰੁੱਧ ਲੜੇ ਅਤੇ ਉਹਨਾਂ ਨੂੰ ਖ਼ਤਮ ਕਰੇ।
ਅਤੇ ਇਨ ਫਿਊਚਰ ਦੇ ਵਿੱਚ ਵੀ ਜੇ ਮਤਲਬ ਕਿ ਕੋਈ ਹੁੰਦੀ ਹੈ ਇੱਦਾਂ ਦੀ ਪ੍ਰੋਬਲਮ ਤਾਂ ਉਹਨਾਂ ਦੇ ਵਿਰੁੱਧ ਫਿਰ ਉਹਨੇ ਜਿਹੜੇ ਐਂਟੀਬੋਡੀਜ਼ ਹੁੰਦੀਆਂ ਉਹਨਾਂ ਨੂੰ ਲੜਨਾ ਹੁੰਦਾ ਵਾ। ਨੈਕਸਟ ਬੱਚੇ ਓਬਜੈਕਟਿਵਸ ਕੀ ਨੇ? ਟੂ ਇਨਕਰੀਜ਼ ਇਮਿਊਨਾਈਜੇਸ਼ਨ ਕਵਰੇਜ। ਇਮਿਊਨਾਈਜੇਸ਼ਨ ਦੇ ਓਬਜੈਕਟਿਵਸ ਕੀ ਨੇ ਹੈਗੇ ਆ ਵੀ ਆਪਾਂ ਇਹਦੇ ਵਿੱਚ ਕੀ ਕਰਨਾ ਹੈਗਾ ਵਾ, ਇਨਕਰੀਜ਼ ਕਰਨੀ ਆ ਇਮਿਊਨਾਈਜੇਸ਼ਨ, ਮਤਲਬ ਕਿ ਹਰ ਇੱਕ ਬੱਚੇ ਜਿਹੜਾ 5 ਸਾਲ ਦਾ ਹੈਗਾ ਉਹਨੂੰ ਪ੍ਰੋਪਰ ਵੈਕਸੀਨੇਸ਼ਨ ਹੁੰਦੀ ਹੋਵੇ। ਇਮਿਊਨਾਈਜੇਸ਼ਨ ਇਹ ਨਹੀਂ ਵੀ ਇੱਕ ਪਿੰਡ 'ਚ 10 ਬੱਚਿਆਂ ਨੂੰ ਲੱਗ ਗਏ ਇੰਜੈਕਸ਼ਨ ਤੇ ਬਾਕੀ ਰਹਿ ਗਏ, ਪ੍ਰੋਪਰ ਸਾਰੇ ਹੀ ਬੱਚੇ ਕਵਰ ਹੋਣੇ ਚਾਹੀਦੇ ਆ। ਟੂ ਇੰਪਰੂਵ ਕੁਆਲਿਟੀ ਆਫ ਸਰਵਿਸ, ਜਿਹੜੀ ਸਾਡੀ ਕੁਆਲਿਟੀ ਆ ਇਮਿਊਨਾਈਜੇਸ਼ਨ ਦੀ ਉਹ ਇੰਪਰੂਵ ਕਰਨੀ ਹੈ। ਕੁਆਲਿਟੀ ਦਾ ਮਤਲਬ ਕਿ ਜਿੱਦਾਂ ਮੈਨ ਪਾਵਰ ਆ ਉਹਨੂੰ ਥੋੜ੍ਹਾ ਸਟਰੋਂਗ ਕਰਨਾ ਕਿ ਪੂਰੇ ਜਿੱਦਾਂ ਪਿੰਡਾਂ ਵਿੱਚ CSC ਆ, PSC ਆ, ਆਸ਼ਾ ਵਰਕਰਸ ਨੇ ਉਹ ਪ੍ਰੋਪਰ ਸਾਰੇ ਮਤਲਬ ਕਿ ਕਵਰ ਕਰਦੇ ਪਏ ਨੇ। ਟੂ ਅਚੀਵ ਸੈਲਫ ਸਫੀਸ਼ੀਐਂਸੀ ਇਨ ਵੈਕਸੀਨ ਪ੍ਰੋਡਕਸ਼ਨ, ਤਾਂ ਆਪਾਂ ਅਚੀਵ ਕਰਨੀਆਂ ਹੈਗੀਆਂ ਵਾ ਆਪਣੀਆਂ ਹਰ ਇੱਕ ਜਿਹੜੀ 5 ਸਾਲ ਦਾ ਬੱਚਾ ਹੈਗਾ ਵੀ ਉਹਨੂੰ ਪ੍ਰੋਪਰ ਸਾਰਾ ਜਿਹੜੀ ਆ ਮੈਡੀਸਿਨ ਜਾਂ ਇਮਿਊਨਾਈਜੇਸ਼ਨ ਆਪਾਂ ਦੇਣੀ ਹੈਗੀ ਆ। ਨੈਕਸਟ ਬੱਚੇ ਇਹਦੇ ਵਿੱਚ ਹੈਗਾ ਇੰਪੋਰਟੈਂਸ ਕੀ ਹੈਗੀ ਆ ਵੈਕਸੀਨੇਸ਼ਨ ਦੀ। ਵੈਕਸੀਨੇਸ਼ਨ ਦੀ ਇੰਪੋਰਟੈਂਟ ਕੀ ਹੈ? ਸਭ ਤੋਂ ਪਹਿਲਾਂ ਪ੍ਰੋਟੈਕਟਸ ਯੂਅਰ ਚਾਈਲਡ ਫਰੋਮ ਸੀਰੀਅਸ ਇਲਨੈਸ। ਇਹਦੇ ਵਿੱਚ ਜੇ ਆਪਾਂ ਬੱਚੇ ਨੂੰ ਸ਼ੁਰੂ ਤੋਂ ਸਟਾਰਟਿੰਗ ਤੋਂ ਛੋਟੇ ਹੁੰਦੇ ਤੋਂ ਹੀ ਆਪਾਂ ਇਮਿਊਨਾਈਜੇਸ਼ਨ ਦੀ ਵੈਕਸੀਨੇਸ਼ਨ ਕਰਾਵਾਂਗੇ ਤਾਂ ਉਹਦੇ ਨਾਲ ਬੱਚੇ ਦੀ ਜਾਨ ਬਚਦੀ ਆ ਵੱਖ-ਵੱਖ, ਕਿਉਂਕਿ ਇਹਦੇ ਵਿੱਚ ਕਾਫੀ ਤਰ੍ਹਾਂ ਦੀਆਂ ਬਿਮਾਰੀਆਂ ਦੇ ਜਿਹੜੇ ਇੰਜੈਕਸ਼ਨ ਹੁੰਦੇ ਆ ਉਹ ਲਗਾਏ ਜਾਂਦੇ ਨੇ ਬੱਚਿਆਂ ਨੂੰ, ਅਤੇ ਉਹ ਕਾਫੀ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਮਤਲਬ ਕਿ ਇੱਕ ਹਿਸਾਬ ਦੀਆਂ ਕਵਰ ਕੀਤੀਆਂ ਜਾਂਦੀਆਂ ਵਾ, ਬੱਚਿਆਂ ਨੂੰ ਬਚਾਇਆ ਜਾਂਦਾ ਵਾ ਉਹਨਾਂ ਬਿਮਾਰੀਆਂ ਤੋਂ ਜਿਹੜੇ ਆਪਾਂ ਇਹਨਾਂ ਨੂੰ ਇੰਜੈਕਸ਼ਨ ਲਾਉਂਦੇ ਹਾਂ। ਅੱਜ ਕੱਲ੍ਹ ਤਾਂ ਵੈਸੇ ਜਿਹੜੇ ਜਿੱਦਾਂ ਪਹਿਲਾਂ ਲੱਗਦੇ ਸੀ ਬੱਚੇ ਨੂੰ ਇੱਕ ਮੋਢੇ 'ਤੇ, ਇੱਕ BCG 'ਤੇ, ਪੱਟ 'ਤੇ, ਅਤੇ ਅੱਜ ਕੱਲ੍ਹ ਪੈਂਟਾ 5 ਤੁਸੀਂ ਸੁਣਿਆ ਹੀ ਹੋਣਾ ਕਿ ਇੱਕੋ ਡੋਜ਼ ਉਹਨਾਂ ਨੇ ਮਤਲਬ ਕਿ 5 ਇੰਜੈਕਸ਼ਨ ਦਾ ਇੱਕੋ ਇੰਜੈਕਸ਼ਨ ਕਰਤਾ, ਪੈਂਟਾ 5 ਉਹਨੂੰ ਬੋਲਦੇ ਨੇ, ਉਹ ਲੱਗਦਾ ਵਾ। ਪ੍ਰੀਵੈਂਟ ਦਾ ਆਊਟਬ੍ਰੇਕ ਆਫ ਪ੍ਰੀਵੈਂਟੇਬਲ ਡਿਜ਼ੀਜ਼, ਮਤਲਬ ਕਿ ਇਮਿਊਨਾਈਜੇਸ਼ਨ ਕੀ ਕਰਦਾ? ਸੁਰੱਖਿਅਤ ਵੀ ਆ ਅਤੇ ਅਸਰਦਾਰ ਵੀ ਆ। ਇਹਦੇ ਵਿੱਚ ਜਿਹੜੇ ਵੈਕਸੀਨ ਬੱਚੇ ਨੂੰ ਦਿੱਤੀ ਜਾਂਦੀ ਉਹ ਪੂਰੀ ਤਰ੍ਹਾਂ ਸੇਫ ਅਤੇ ਅਸਰਦਾਰ ਹੁੰਦੀ ਆ। ਇਸ ਸੰਬੰਧੀ ਜਾਂਚ ਵੀ ਪ੍ਰੋਪਰ ਕੀਤੀ ਗਈ ਆ, ਠੀਕ ਆ। ਮਤਲਬ ਕਿ ਇਹ ਨਹੀਂ ਵੀ ਉਹ ਐਵੇਂ ਹੀ ਲਗਾ ਦਿੰਦੇ ਆ ਮੈਡੀਸਿਨ, ਉਹ ਪ੍ਰੋਪਰ ਜਿਹੜੀ ਇਫੈਕਟੇਬਲ ਮੈਡੀਸਿਨ ਇਹਦੇ ਵਿੱਚ ਜਿਹੜੀ ਆ ਹੁੰਦੀ ਆ। ਸੇਵ ਮਨੀ ਐਂਡ ਟਾਈਮ, ਇਹਦੇ ਨਾਲ ਕੀ ਆ ਬੱਚੇ ਦੀ ਮਤਲਬ ਕਿ ਘਰਦਿਆਂ ਦਾ ਪੈਸਾ ਵੀ ਬਚਦਾ ਅਤੇ ਸਮਾਂ ਵੀ ਬਚਦਾ। ਵੇਖੋ ਜਦੋਂ ਮੰਨ ਲਓ ਅਸੀਂ ਪ੍ਰੋਪਰ ਜਦੋਂ ਬੱਚੇ ਨੂੰ ਉਹ ਇੰਜੈਕਸ਼ਨ ਲੱਗਣਾ ਸੀ ਅਤੇ ਨਹੀਂ ਲਵਾਇਆ, ਅਤੇ ਇਨ ਫਿਊਚਰ ਬੱਚੇ ਨੂੰ ਉਹੀ ਬਿਮਾਰੀ ਨਾਲ ਉਹ ਕਵਰ ਕਰਦਾ ਪਿਆ ਵਾ, ਮਤਲਬ ਉਹੀ ਬਿਮਾਰੀ ਬੱਚੇ ਨੂੰ ਹੋ ਗਈ ਆ, ਅਤੇ ਉਦੋਂ ਤੁਹਾਡਾ ਪੈਸਾ ਵੀ ਵੱਧ ਲੱਗਣਾ ਉਹ ਬੱਚੇ ਨੂੰ ਠੀਕ ਕਰਨ ਵਾਸਤੇ, ਅਤੇ ਤੁਹਾਡਾ ਸਮਾਂ ਵੀ ਜਿਹੜਾ ਵਾ ਨੈਚੁਰਲੀ ਜਦੋਂ ਤੁਹਾਡਾ ਬੱਚਾ ਬਿਮਾਰ ਹੋਇਆ ਅਤੇ ਤੁਸੀਂ ਆਪਣੇ ਬੱਚੇ ਨੂੰ ਠੀਕ ਕਰਾਉਣ ਵਾਸਤੇ ਹਸਪਤਾਲ ਖੜੋਗੇ, ਆਪਣਾ ਟਾਈਮ ਵੀ ਲਗਾਓਗੇ ਅਤੇ ਪੈਸਾ ਵੀ ਵੱਧ ਲਗਾਓਗੇ। ਕਿ ਜਾਂ ਉਦੋਂ ਜੋ ਬੱਚਾ ਉਹ ਬਿਮਾਰੀ ਨਾਲ ਸਫਰ ਕਰਦਾ ਪਿਆ ਜਾਂ ਉਹਨੂੰ ਛੋਟੇ ਹੁੰਦੇ ਤੋਂ ਹੀ ਇੰਜੈਕਸ਼ਨ ਲੱਗਾ ਹੁੰਦਾ ਅਤੇ ਉਹ ਬਿਮਾਰੀ ਉਹਨੂੰ ਨਹੀਂ ਸੀ ਹੋਣੀ, ਜਾਂ ਬਹੁਤ ਚਾਂਸਿਸ ਜਿਹੜੇ ਘੱਟ ਹੋਣੇ ਸੀ, ਜਾਂ ਜੇ ਹੁੰਦੀ ਵੀ ਤਾਂ ਉਹਦਾ ਇੰਨਾ ਅਸਰ ਨਹੀਂ ਹੋਣਾ ਸੀ। ਇਸ ਕਰਕੇ ਜੋ ਪ੍ਰੋਪਰ ਢੰਗ ਨਾਲ ਜਿਹੜਾ ਮੈਥਡ ਨਾਲ ਇਮਿਊਨਾਈਜੇਸ਼ਨ ਕਰਦੇ ਆ ਉਹਨਾਂ ਦਾ ਟਾਈਮ ਵੀ ਸੇਵ ਹੁੰਦਾ ਵਾ ਅਤੇ ਮਨੀ ਵੀ। ਰਿਡਿਊਸ ਮੋਰਟੈਲਿਟੀ ਰੇਟ, ਇਹਦੇ ਨਾਲ ਡੈਥ ਰੇਟ ਘੱਟ ਜਾਂਦਾ ਵਾ। ਨਵਜੰਮੇ ਬੱਚੇ ਤੁਸੀਂ ਵੇਖਿਆ ਹੋਏਗਾ ਨਿਊਜ਼ਪੇਪਰਸ 'ਚ ਵੀ ਅੱਜ ਕੱਲ੍ਹ ਕਾਫੀ ਕੇਸ ਘਟੇ ਨੇ, ਮਤਲਬ ਕਿ ਜਿਹੜੇ ਬੱਚਿਆਂ ਨੂੰ ਇੰਜੈਕਸ਼ਨਸ ਕਾਫੀ ਐਕਟਿਵ ਹੋਏ ਨੇ। ਏਜੰਸੀਆਂ ਜਿਹੜੇ ਸਾਡੇ ਆਸ਼ਾ ਵਰਕਰ ਨੇ ਜਾਂ CSC ਵਰਕਰ ਨੇ, ਹੈਲਥ ਵਰਕਰ ਨੇ, ਉਹ ਕਾਫੀ ਐਕਟਿਵ ਨੇ ਇਸ ਕੰਮ ਵਿੱਚ, ਅਤੇ ਕਾਫੀ ਡੈਥ ਰੇਟ ਜਿਹੜਾ ਵਾ ਨਿਊ ਬੋਰਨ ਬੱਚਿਆਂ ਦਾ ਉਹ ਘਟਿਆ ਵਾ। ਪ੍ਰਮੋਟ ਲੌਂਗ ਲਾਈਫ ਸਪੈਨ, ਇਹਦੇ ਨਾਲ ਕੀ ਹੁੰਦਾ ਵਾ? ਲੰਮੀ ਉਮਰ ਕਰਨ ਵਿੱਚ ਸਹਾਈ ਹੁੰਦਾ ਵਾ। ਵੇਖੋ ਜਦੋਂ ਬੱਚਿਆਂ ਨੂੰ ਜਿਹੜਾ ਆਪਾਂ ਇੰਜੈਕਸ਼ਨ ਪ੍ਰੋਪਰ ਟਾਈਮ 'ਤੇ ਲਗਾਏ ਆ ਅਤੇ ਉਹਨਾਂ ਨੂੰ ਕੋਈ ਪ੍ਰੋਬਲਮ ਹੀ ਨਹੀਂ ਹੋਏਗੀ, ਕੋਈ ਬਿਮਾਰੀ ਨਹੀਂ ਲੱਗੇਗੀ, ਕਿਉਂਕਿ ਉਹਨਾਂ ਦੇ ਇਮਿਊਨਿਟੀ ਜਿਹੜੀ ਸਟਰੋਂਗ ਆ, ਅਤੇ ਇਹਦੇ ਨਾਲ ਕੀ ਹੋਏਗਾ? ਉਹਨਾਂ ਦੀ ਲਾਈਫ ਟਾਈਮ ਵੀ ਇਨਕਰੀਜ਼ ਹੋਏਗਾ, ਪ੍ਰਮੋਟ ਹੋਏਗਾ। ਇਟ ਇਜ਼ ਸੇਫ ਐਂਡ ਇਫੈਕਟਿਵ, ਇਹ ਸੇਫ ਵੀ ਆ ਅਤੇ ਭਵਿੱਖ ਵੀ ਉਹਨਾਂ ਦਾ ਸੁਰੱਖਿਅਤ ਕਰਦਾ ਹੈਗਾ ਵਾ। ਇਫੈਕਟਿਵ ਵੀ ਹੈਗੇ, ਜਿੱਦਾਂ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਜਿੰਨੇ ਇਮਿਊਨਾਈਜੇਸ਼ਨ ਵਾਲੇ ਇੰਜੈਕਸ਼ਨ ਲੱਗਦੇ ਸਾਰੇ ਇਫੈਕਟਿਵ ਨੇ। ਇਟ ਮੇਕਸ ਚਿਲਡਰਨ ਮੋਰ ਹੈਲਦੀ ਐਂਡ ਫਿਟ, ਇਹ ਬੱਚੇ ਨੂੰ ਕੀ ਕਰਦੇ ਨੇ? ਹੈਲਦੀ ਕਰਦੇ ਨੇ, ਉਹਦੀ ਸਿਹਤ ਹੈਲਦੀ ਬਣਾਉਂਦੇ ਨੇ, ਅਤੇ ਬੱਚਾ ਫਿੱਟ ਵੀ ਰਹਿੰਦਾ। ਜਦੋਂ ਬੱਚੇ ਨੂੰ ਕੋਈ ਪ੍ਰੋਪਰ ਉਹਦੀ ਵੈਕਸੀਨੇਸ਼ਨ ਹੋਏਗੀ, ਬੱਚੇ ਦੀ ਕੋਈ ਉਹਨੂੰ ਲੱਗੇਗੀ ਨਹੀਂ, ਬਿਮਾਰੀ ਨਹੀਂ ਲੱਗੇਗੀ, ਅਤੇ ਨੈਚੁਰਲੀ ਬੱਚਾ ਤੁਹਾਡਾ ਹੈਲਦੀ ਵੀ ਹੋਏਗਾ ਅਤੇ ਫਿੱਟ ਵੀ ਹੋਏਗਾ। ਇਹ ਸੀ ਸਾਰੇ ਇੰਪੋਰਟੈਂਸ ਆਫ ਵੈਕਸੀਨੇਸ਼ਨ ਦੀ। ਇੱਕ ਵਾਰ ਮੈਂ ਦੁਬਾਰਾ ਤੁਹਾਨੂੰ ਰੀਡ ਕਰ ਦਿੰਦੀ ਹਾਂ। ਸਭ ਤੋਂ ਪਹਿਲਾਂ ਇਹਦੇ ਵਿੱਚ ਹੈਗੇ ਪ੍ਰੋਟੈਕਟ ਯੂਅਰ ਚਾਈਲਡ ਫਰੋਮ ਸੀਰੀਅਸ ਇਲਨੈਸ, ਪ੍ਰੀਵੈਂਟ ਦਾ ਆਊਟਬ੍ਰੇਕ ਆਫ ਪ੍ਰੀਵੈਂਟੇਬਲ ਡਿਸੀਜ਼ਜ਼, save money and time, reduce mortality rate, promote long lifespan, it is safe and effective, it makes children more healthy and fit.
ਸੋ ਬੱਚਿਓ ਨੈਕਸਟ ਇਹਦੇ ਕਾਮਨ ਕੁਝ ਸਾਈਡ ਇਫੈਕਟ ਹੈਗੇ ਨੇ ਜਿਹੜੇ ਇੰਨੇ ਮੇਜਰ ਨਹੀਂ ਆ, ਬਸ ਮਾਈਨਰ ਨੇ। ਮਾਈਨਰ ਕਿਉਂ ਨੇ, ਮੇਜਰ ਕਿਉਂ ਨਹੀਂ ਆ? ਕਿਉਂਕਿ ਉਹ ਬੱਚਾ ਥੋੜ੍ਹਾ, ਤੁਹਾਨੂੰ ਪਤਾ, ਸੌਫਟ ਹੁੰਦਾ, ਸੈਂਸਿਟਿਵ ਹੁੰਦਾ। ਜਦੋਂ ਇੰਜੈਕਸ਼ਨ ਲੱਗਣਾ ਉਹਦੇ ਨਾਲ ਥੋੜ੍ਹੀ ਜਿਹੀ ਉਹਨੂੰ ਰੈਡਨੈਸ ਹੋਣੀ ਆ ਇੰਜੈਕਸ਼ਨ, ਠੀਕ ਆ, ਪੇਨ ਵੀ ਹੋਣੀ ਆ ਨੈਚੁਰਲੀ। ਤੁਸੀਂ ਆਪ ਵੱਡਿਆ ਵੀ ਕੋਈ ਇੰਜੈਕਸ਼ਨ ਲੱਗ ਜਾਏਗਾ ਤਾਂ ਥੋੜ੍ਹੀ ਪੇਨ ਹੋਣੀ ਆ, ਸੋਰਨੈਸ ਹੋ ਜਾਂਦੀ ਆ। ਸੋਰਨੈਸ ਮਤਲਬ ਕਿ ਥੋੜ੍ਹੀ ਹੋ ਜਾਂਦਾ ਬੱਚੇ ਦਾ, ਹਾਰਡ ਹੋ ਜਾਂਦੀ ਆ, ਠੀਕ ਆ। ਮਾਈਲਡ ਫੀਵਰ ਹੋਏਗਾ ਬੱਚੇ ਨੂੰ, ਥੋੜ੍ਹਾ ਜਿਹਾ ਬੁਖਾਰ ਹੋਵੇਗਾ, ਹੋਰ ਇਹਦਾ ਕੋਈ ਜ਼ਿਆਦਾ ਨਹੀਂ ਹੈਗਾ। ਉਹਦੇ ਵਿੱਚ ਵੀ ਬੱਚੇ ਨੂੰ ਜਦੋਂ ਆਪਾਂ ਖੜਦੇ ਹਾਂ ਇੰਜੈਕਸ਼ਨ ਲਾਉਣ, ਨਾਲ ਹੀ ਉਹ ਪੈਰਾਸੀਟਾਮੋਲ ਟੈਬਲੇਟ is helpful to ease these common side effects, and these mild side effect also be disappear within 2 days। तो ਪੈਰਾਸੀਟਾਮੋਲ ਪਹਿਲਾਂ ਹੀ ਦੇ ਦਿੰਦੇ ਆ ਬੱਚੇ ਨੂੰ ਕਿ ਇਹਨੂੰ ਬੁਖਾਰ ਹੋਏਗਾ, ਉਹ ਦੱਸ ਦਿੰਦੇ ਆ ਤੇ ਟੈਬਲੇਟ ਤੁਸੀਂ ਬੱਚੇ ਨੂੰ ਦੇ ਦੇਣੀ ਆ, ਤੇ ਉਹ ਵਿਦਨ 2 ਡੇਜ਼ ਜਿਹੜਾ ਬੱਚਾ ਰਿਕਵਰ ਕਰ ਜਾਂਦਾ। ਕੋਈ ਮਤਲਬ ਕਿ ਇੰਨੀ ਚਿੰਤਾ ਵਾਲੀ ਗੱਲ ਨਹੀਂ। ਜਿਹੜੇ ਹੈਗੇ ਆ ਸਾਈਡ ਇਫੈਕਟ ਇਮੂਨਾਈਜੇਸ਼ਨ ਦੇ, ਬਿਲਕੁਲ ਮਾਈਨਰ ਨੇ, ਤੇ ਔਰ ਜਲਦੀ ਹੀ ਬੱਚਾ ਕਵਰ ਕਰ ਜਾਂਦਾ ਵਾ। ਸੋ ਬੱਚਿਓ ਅੱਗੇ ਸਾਡੇ ਕੋਲ ਆ ਗਿਆ ਇਮੂਨਾਈਜੇਸ਼ਨ ਸ਼ਡਿਊਲ। ਇਮੂਨਾਈਜੇਸ਼ਨ ਸ਼ਡਿਊਲ ਦੇ ਵਿੱਚ ਆਪਾਂ ਕਾਫੀ ਇੰਜੈਕਸ਼ਨ ਨੇ ਜਿਹੜੇ ਲੱਗਦੇ ਨੇ, ਮੈਂ ਤੁਹਾਨੂੰ 1 ਬਾਏ 1 ਦੱਸਾਂਗੀ। ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ BCG ਦਾ ਲੱਗਦਾ ਹੈਗਾ ਵਾ। BCG ਬੱਚੇ, ਮੈਂ ਨਿਊ ਬੋਰਨ ਦਾ ਤੁਹਾਨੂੰ ਦੱਸਾਂਗੀ ਇਹਦੇ ਵਿੱਚ ਕਿ ਬੱਚਿਆਂ ਵਾਸਤੇ ਕਿਹੜੇ ਇੰਜੈਕਸ਼ਨ ਹੈਗੇ ਨੇ ਅਤੇ ਕਿਹੜੇ ਮੰਥ ਅਤੇ ਕਿਹੜੀ ਡੋਜ਼ ਦੇ ਨਾਲ ਲੱਗਦੇ ਨੇ। ਸਭ ਤੋਂ ਪਹਿਲਾਂ ਨਿਊ ਬੋਰਨ ਦਾ ਦੱਸਾਂਗੀ। ਜਿਹੜੇ ਛੋਟੇ ਨਵੇਂ ਜੰਮੇ ਬੱਚੇ, ਨਵਜਾਤ, ਉਹਨਾਂ ਲਈ ਸਭ ਤੋਂ ਪਹਿਲਾਂ ਉਹਨਾਂ ਨੂੰ ਇੰਜੈਕਸ਼ਨ ਲੱਗਦਾ ਹੈਗਾ BCG ਦਾ। ਉਹ ਤਾਂ ਜਾਂ ਜਨਮ ਵੇਲੇ ਲੱਗ ਜਾਂਦਾ ਵਾ, ਜਾਂ 1 ਸਾਲ ਦੀ ਉਮਰ ਹੋਣ ਤੋਂ ਪਹਿਲਾਂ ਮਤਲਬ ਕਿ ਵਿਦਨ 1 ਸਾਲ ਉਹ ਇੰਜੈਕਸ਼ਨ ਹੀ ਬੱਚੇ ਨੂੰ ਲਵਾ ਲੈਣਾ ਵਾ। ਉਹਦੀ ਡੋਜ਼ ਕਿੰਨੀ ਹੁੰਦੀ ਆ? 0.1 ਮਿਲੀਲੀਟਰ ਹੁੰਦੀ ਆ, ਠੀਕ ਆ। ਅਤੇ ਉਹਨੂੰ ਅਸੀਂ ਚਮੜੀ ਵਿੱਚ ਲੱਗਦਾ ਹੈਗਾ ਵਾ, ਇੰਟਰਾਡਰਮਲ ਲੱਗਦਾ ਹੈਗਾ। ਅੱਪਰ ਆਰਮ 'ਤੇ ਜਿਹੜਾ ਮੋਢੇ ਦੇ ਉੱਪਰ ਲੱਗਦਾ, ਉਹਦਾ ਨਿਸ਼ਾਨ ਵੀ ਰਹਿੰਦਾ ਨਾ। ਜੇ ਤੁਸੀਂ ਵੱਡੇ ਬੱਚੇ ਤੁਸੀਂ ਦੇਖੋ ਆਪਣੀ ਬਾਂਹ ਦੇ, ਜੇ ਤੁਹਾਨੂੰ ਇੰਜੈਕਸ਼ਨ ਲੱਗੇ ਹੋਏ ਉਦੋਂ, ਅਤੇ ਤੁਹਾਡਾ ਉਹ ਜਿਹੜਾ ਮਾਰਕ, ਕਈਆਂ ਦੇ ਉਹ ਮਾਰਕ ਵੀ ਬਣਿਆ ਹੁੰਦਾ ਵਾ। ਸੋ ਬੱਚਿਓ ਨੈਕਸਟ ਹੈਗਾ ਵਾ ਹੈਪੇਟਾਈਟਿਸ B। ਇਹ ਵੀ ਜਿਹੜਾ ਇੰਜੈਕਸ਼ਨ ਆ ਜਨਮ ਵੇਲੇ ਲੱਗਦਾ ਵਾ, 24 ਘੰਟਿਆਂ ਦੇ ਅੰਦਰ ਅੰਦਰ, ਮਤਲਬ ਜਦੋਂ ਬੱਚੇ ਦਾ ਬਰਥ ਹੋਇਆ 1 ਦਿਨ ਦੇ ਵਿੱਚ ਆਪਾਂ ਲਗਾ ਲੈਣਾ ਵਾ। ਇਹਦੀ ਡੋਜ਼ ਵੀ 0.5 ਮਿਲੀਲੀਟਰ ਹੁੰਦੀ ਆ। ਇਹ ਇੰਟਰਾਮਸਕੂਲਰ ਮਤਲਬ ਪੱਠਿਆਂ 'ਤੇ ਲੱਗਦਾ ਹੈਗਾ ਵਾ, ਮਿਡ ਥਾਈ 'ਤੇ, ਪੱਟ 'ਤੇ ਜਿਹੜਾ ਆਪਾਂ ਬੋਲ ਲੈਂਦੇ ਹਾਂ ਉੱਥੇ ਲੱਗਦਾ ਹੈਗਾ ਵਾ। ਨੈਕਸਟ OPV ਕੀ ਆ? ਔਰਲ ਪੋਲੀਓ ਵੈਕਸੀਨ, ਜਿਹੜੀਆਂ ਆਪਾਂ ਪੋਲੀਓ ਦੀ ਬੂੰਦਾਂ ਬੋਲ ਲੈਂਦੇ ਹਾਂ, ਉਹ ਦੇਣੀਆਂ ਹੁੰਦੀਆਂ ਬੱਚੇ ਨੂੰ। ਉਹ ਵੀ ਜਨਮ ਵੇਲੇ ਦੇਣੀਆਂ ਹੁੰਦੀਆਂ ਵਾ, ਜਾਂ 15 ਦਿਨ ਹੋਣ ਤੋਂ ਪਹਿਲਾਂ 2 ਬੂੰਦਾਂ। ਪਤਾ ਹੀ ਆ ਸਾਰਿਆਂ ਨੂੰ, ਕੋਮਨਲੀ ਬਹੁਤ ਸਾਰੀਆਂ ਐਡ ਆਉਂਦੀਆਂ ਰਹੀਆਂ, TV 'ਚ ਵੀ ਆਉਂਦੀਆਂ ਨੇ ਆਮ, ਜਦੋਂ ਪਿੰਡਾਂ 'ਚ ਲੱਗਦੇ ਨੇ ਅਤੇ ਕਰਦੇ ਐਡਵਰਟਾਈਜ਼ਮੈਂਟ ਵੀ ਕਰਦੇ ਕਿ 2 ਬੂੰਦਾਂ ਜ਼ਿੰਦਗੀ ਦੀਆਂ, ਕੁਛ ਐਵੇਂ ਬੋਲਦੇ ਆ ਨਾ, ਉਹ ਵਾਲੀਆਂ 2 ਬੂੰਦਾਂ ਇਹਦੀਆਂ ਆਪਾਂ ਦੇਣੀਆਂ ਹੁੰਦੀਆਂ ਬੱਚੇ ਨੂੰ, ਮੂੰਹ ਰਾਹੀਂ ਆਪਾਂ ਦਿੰਦੇ ਹਾਂ। ਸੋ ਉਸ ਤੋਂ ਅੱਗੇ ਫਿਰ ਬੱਚੇ 6 ਹਫ਼ਤੇ 'ਤੇ, 10 ਹਫ਼ਤੇ 'ਤੇ, 14 ਹਫ਼ਤੇ 'ਤੇ ਆਪਾਂ ਫਿਰ ਜਿਹੜੀਆਂ ਵਾ ਓਰਲ ਪੋਲੀਓ ਬੂੰਦਾਂ, ਯਾਨੀ ਕਿ 3 ਡੋਜ਼ ਦੇਣੀਆਂ ਹੈਗੀਆਂ ਵਾ। ਉਹਦੇ ਤੋਂ ਬਾਅਦ ਆਪਾਂ ਦੇਣੀ ਹੈਗੀ ਆ DPT ਦੀਆਂ 3 ਡੋਜ਼ ਦੇਣੀਆਂ ਹੋਣਗੀਆਂ, 6 ਹਫ਼ਤੇ 'ਤੇ ਯਾਨੀ ਕਿ 1.5 ਮਹੀਨੇ 'ਤੇ, 10 ਹਫ਼ਤੇ 'ਤੇ, 14 ਹਫ਼ਤੇ 'ਤੇ। ਇਹ ਬੱਚੇ ਨੂੰ ਆਪਾਂ ਲਗਾਤਾਰ ਜਿਹੜੀਆਂ 3 ਡੋਜ਼ DPT ਦੀਆਂ ਇੰਜੈਕਸ਼ਨ ਦੇ ਦੇਣੀਆਂ। DPT ਦੀ ਹੁੰਦੀ ਆ ਡਿਪਥੀਰੀਆ, ਪਰਟਿਊਟਸ, ਟੈਟਨਸ। 3 ਇੰਜੈਕਸ਼ਨ, ਮਤਲਬ ਕਿ ਉਹ 3 ਬਿਮਾਰੀਆਂ ਨੂੰ ਕਵਰ ਕਰਨ ਵਾਲਾ ਇੰਜੈਕਸ਼ਨ ਹੁੰਦਾ ਵਾ, ਉਹ ਆਪਾਂ ਬੱਚੇ ਨੂੰ ਲਵਾਉਣਾ ਹੁੰਦਾ ਵਾ। ਉਹ 0.5 ਮਿਲੀਲੀਟਰ ਪੱਠਿਆਂ ਰਾਹੀਂ ਅਤੇ ਲੱਕ ਦੇ ਜਿਹੜਾ ਹੈਗਾ ਵਾ ਪਿਛਲੇ ਪਾਸੇ ਲੱਗਦਾ ਵਾ। ਸੇਮ ਉਸ ਤੋਂ ਬਾਅਦ ਲੱਗਦਾ ਵਾ ਬੱਚਿਓ ਹੈਪੇਟਾਈਟਿਸ B ਦਾ 1, 2, 3। ਉਹ ਵੀ ਸੇਮ 6 ਹਫ਼ਤੇ 'ਤੇ, 10 ਹਫ਼ਤੇ 'ਤੇ, 14 ਹਫ਼ਤੇ 'ਤੇ। ਉਹਦੀ ਡੋਜ਼ ਆਪਾਂ ਕਿੰਨੇ ਦੇਣੀ ਆ? 0.5 ਮਿਲੀ ਪੱਠਿਆਂ ਰਾਹੀਂ ਅਤੇ ਲੱਕ ਦੇ ਪਿਛਲੇ ਪਾਸੇ। ਉਸ ਤੋਂ ਬਾਅਦ ਬੱਚੇ ਨੂੰ ਲੱਗਣਾ ਇੰਜੈਕਸ਼ਨ 9 ਮਹੀਨੇ 'ਤੇ ਮੀਜ਼ਲਸ ਦਾ, ਯਾਨੀ ਕਿ ਖਸਰੇ ਦਾ, ਜਿਹੜਾ ਆਪਾਂ ਪਿੰਡਾਂ ਵਿੱਚ ਬੋਲ ਲੈਂਦੇ ਹਾਂ ਛੋਟੀ ਮਾਤਾ ਦਾ। ਉਹ ਵਾਲਾ ਇੰਜੈਕਸ਼ਨ ਬੱਚੇ ਨੂੰ ਲੱਗਣਾ 9 ਮਹੀਨੇ ਤੋਂ ਲੈ ਕੇ 12 ਮਹੀਨੇ ਤੱਕ, ਮਤਲਬ ਕਿ 1 ਸਾਲ ਤੋਂ ਉੱਪਰ ਥੋੜ੍ਹੇ 2 ਮਹੀਨੇ ਹੋ ਜਾਂਦੇ ਆ। 12 ਮਹੀਨੇ ਤੱਕ ਆਪਾਂ ਉਹ ਇੰਜੈਕਸ਼ਨ ਜਿਹੜਾ ਬੱਚੇ ਨੂੰ ਲਵਾ ਸਕਦੇ ਹਾਂ। ਉਹਦੀ ਡੋਜ਼ 0.5 ਮਿਲੀਲੀਟਰ ਲੱਗਣੀ ਹੈ ਅਤੇ ਸੱਜੇ ਡੋਲੇ ਵਿੱਚ। ਅਤੇ ਨਾਲ 9 ਮਹੀਨੇ ਤੋਂ ਆਪਾਂ ਨਾਲ ਬੱਚੇ ਨੂੰ ਕੀ ਐਡ ਕਰ ਦੇਣਾ? ਵਿਟਾਮਿਨ A। ਅੱਜ ਕੱਲ੍ਹ ਮਤਲਬ ਕਾਫੀ ਟਾਈਮ ਤੋਂ ਇਹ ਬੱਚੇ ਨੂੰ ਨਾਲ ਐਡ ਕਰਤਾ ਉਹਨਾਂ ਵਿਟਾਮਿਨ A ਦੀਆਂ ਡੋਜ਼, ਠੀਕ ਹੈ। ਜਿਹੜੀ ਵਿਟਾਮਿਨ A ਸਾਡੇ ਆਈਸਾਈਟ ਵਾਸਤੇ ਬਹੁਤ ਬੈਸਟ ਨੇ, ਬੱਚੇ ਵਾਸਤੇ ਵੀ। ਉਹਦੀ ਆਪਾਂ 9 ਮਹੀਨੇ ਦੇ ਵਿੱਚ ਨਾਲ ਐਡ ਕਰ ਲੈਣੀ ਆ। ਉਹਦੀ 1 ਮਿਲੀਲੀਟਰ ਦਿੰਦੇ ਹੈਗੇ ਆ ਮੂੰਹ ਰਾਹੀਂ, ਜਿੱਦਾਂ ਪੋਲੀਓ ਦੇ ਬੂੰਦਾਂ ਪਿਆਉਂਦੇ ਨੇ, ਸੇਮ ਇੱਦਾਂ ਹੀ ਉਹਦੀ ਵਾਇਲ ਹੁੰਦੀ ਆ, ਉਹ ਆਪਾਂ ਦੇਣੀ ਹੁੰਦੀ ਆ ਬੱਚੇ ਨੂੰ।
ਇਹ ਹੈਗਾ ਵਾ ਨਵਜਾਤ ਮਤਲਬ ਕਿ 1 ਤੋਂ 1.5 ਸਾਲ ਤੱਕ ਬੱਚਿਆਂ ਨੂੰ ਕਿੰਨੇ ਲੱਗਣੇ ਆ। ਉਸ ਤੋਂ ਬਾਅਦ ਹੁਣ ਥੋੜ੍ਹੇ ਵੱਡੇ ਬੱਚੇ ਜਿਹੜੇ ਆ ਗਏ ਆ 16 ਤੋਂ 24 ਸਾਲ ਵਾਸਤੇ, ਉਹਨਾਂ ਨੂੰ ਆਪਾਂ ਕਿਹੜੇ ਇੰਜੈਕਸ਼ਨ ਲਗਾਉਂਦੇ ਹੈਗੇ ਆ, DPT ਦੀ ਬੂਸਟਰ ਡੋਜ਼ ਕਿ ਮਤਲਬ 3 ਡੋਜ਼ ਕਵਰ ਕਰਕੇ ਉਸ ਤੋਂ ਬਾਅਦ ਜਿਹੜੀ ਆਪਾਂ 1 ਡੋਜ਼ ਐਕਸਟਰਾ ਦਿੰਦੇ ਆ ਕਿ ਬੱਚੇ ਦੀ ਹੋਰ ਇਮਿਊਨਿਟੀ ਜਿਹੜੀ ਆ ਸਟਰੋਂਗ ਹੋ ਜਾਵੇ, ਉਹਨੂੰ ਆਪਾਂ ਬੋਲਦੇ ਬੂਸਟਰ ਡੋਜ਼ ਆਪਾਂ 16 ਤੋਂ 24 ਮਹੀਨਿਆਂ ਦੇ ਵਿੱਚ ਦੇਣੀ ਹੁੰਦੀ ਆ। 0.5 ਮਿਲੀ ਪੱਠਿਆਂ ਰਾਹੀਂ ਅਤੇ ਲੱਕ ਦੇ ਪਿਛਲੇ ਪਾਸੇ ਦੇਣੀ ਹੁੰਦੀ ਆ। ਇੱਦਾਂ ਸੇਮ ਆਪਾਂ ਖਸਰੇ ਦੀ ਜਿਹੜੀ ਮੀਜ਼ਲਸ ਦੀ ਪਹਿਲੀ ਡੋਜ਼ 9 ਮੰਥ ਦੀ ਦਿੱਤੀ ਆ, ਅਤੇ ਆਪਾਂ ਦੂਜੀ ਡੋਜ਼ ਜਿਹੜੀ ਆ 16 ਤੋਂ 24 ਮਹੀਨੇ 'ਤੇ ਦੇਣੀ ਹੁੰਦੀ ਆ। ਸੇਮ ਜਿੱਦਾਂ ਮੈਂ ਪਹਿਲਾਂ ਦੱਸਿਆ 0.5 ਮਿਲੀ ਸੱਜੇ ਡੋਲੇ 'ਤੇ। OPV ਬੂਸਟਰ 3 ਡੋਜ਼ ਆਪਾਂ ਪਹਿਲਾਂ ਦੇ ਚੁੱਕੇ ਹਾਂ ਪੋਲੀਓ ਦੀਆਂ। ਪੋਲੀਓ ਤਾਂ ਵੈਸੇ ਵੀ 5 ਸਾਲ ਤੱਕ ਬੱਚੇ ਨੂੰ ਪਿਆਈ ਜਾਂਦੀਆਂ ਬੂੰਦਾਂ, ਅਤੇ ਇਹਦੀ ਵੀ ਆਪਾਂ ਬੂਸਟਰ ਡੋਜ਼ ਉਹਨੂੰ ਮੰਨ ਲੈਂਦੇ ਹਾਂ 16 ਤੋਂ 24 ਮਹੀਨਿਆਂ ਦੇ ਵਿੱਚ ਦੇਣੀਆਂ ਹੁੰਦੀਆਂ ਵਾ। ਬਟ 5 ਸਾਲ ਤੱਕ ਕਹਿੰਦੇ ਆ ਨਾ ਵੀ ਬੱਚੇ ਨੂੰ ਪੋਲੀਓ ਦੀ ਬੂੰਦਾਂ ਪਿਆਉਣੀਆਂ ਵਾ। ਵਿਟਾਮਿਨ ਏ ਦੀ ਵੀ ਇੱਦਾਂ ਹੀ ਹਰ 6 ਮਹੀਨੇ ਬਾਅਦ ਮਤਲਬ 6 ਮਹੀਨੇ ਦੇ ਵਕਤ ਵਿੱਚ ਆਪਾਂ ਵਿਟਾਮਿਨ ਏ ਦੀ ਡੋਜ਼ ਵੀ ਨਾਲ ਆਪਾਂ ਬੱਚੇ ਨੂੰ ਦੇਣੀ ਆ। DPT ਦੀ ਬੂਸਟਰ ਡੋਜ਼ ਦੇਣੀ ਆ 5 ਤੋਂ 6 ਸਾਲ। 5 ਸਾਲ 'ਤੇ ਫਿਰ ਜਾ ਕੇ ਬੱਚੇ ਨੂੰ ਇੰਜੈਕਸ਼ਨ ਲੱਗਦਾ, DPT ਦੀ ਬੂਸਟਰ ਡੋਜ਼ ਲੱਗਦੀ ਆ। ਫਿਰ ਉਸ ਤੋਂ ਬਾਅਦ TT ਦੀ ਲੱਗਦੀ ਆ, ਟੈਟਨਸ ਇੰਜੈਕਸ਼ਨ ਦੀ ਡੋਜ਼ ਲੱਗਦੀ 10 ਸਾਲ 'ਤੇ, ਜਿਹੜੀ 0 ਤੋਂ 5 ਮਿਲੀ ਹੁੰਦੀ ਆ, ਅਤੇ ਪੱਠਿਆਂ ਰਾਹੀਂ ਦੇਣੀ ਹੁੰਦੀ ਆ ਆਪਾਂ ਲੱਕ 'ਤੇ। ਠੀਕ ਹੈ, ਇਹ ਸਾਰੇ ਬੱਚੇ ਇਮੂਨਾਈਜੇਸ਼ਨ ਹੈਗਾ ਵਾ ਬੱਚਿਆਂ ਵਾਲਾ ਹੈਗਾ। ਮੈਂ ਤੁਹਾਨੂੰ ਦੱਸਿਆ ਇਹਦੇ ਵਿੱਚ ਪ੍ਰੈਗਨੈਂਟ ਵੂਮਨਸ ਨੂੰ ਵੀ ਲੱਗਦੀਆਂ ਵਾ, ਗਰਭਵਤੀ ਔਰਤਾਂ ਨੂੰ ਵੀ ਜਦੋਂ ਮਤਲਬ ਕਿ ਉਹ ਪ੍ਰੈਗਨੈਂਟ ਕਨਸੀਵ ਕਰਦੀਆਂ ਨੇ, ਅਤੇ TT ਦੀ ਫਸਟ ਡੋਜ਼ ਜਿਹੜੀ ਆ ਦਿੱਤੀ ਜਾਂਦੀ ਆ 3 ਕੁ ਮਹੀਨੇ 'ਤੇ ਦਿੱਤੀ ਜਾਂਦੀ ਆ। ਫਿਰ TT ਦੀ ਦੂਜੀ ਡੋਜ਼ ਦਿੱਤੀ ਜਾਂਦੀ ਆ 1 ਤੋਂ 4 ਹਫ਼ਤਿਆਂ ਦੇ 0.5 ਮਿਲੀ। ਇਵੇਂ ਇਹ ਸਾਰਾ ਇਮੂਨਾਈਜੇਸ਼ਨ ਸ਼ਡਿਊਲ ਆ। ਤੁਸੀਂ ਇਹਨੂੰ ਪੜ੍ਹੋਗੇ, ਜਦੋਂ ਵੀਡੀਓ ਦੇਖੋਗੇ ਅਤੇ ਇਹਨੂੰ ਥੋੜ੍ਹਾ ਜ਼ੂਮ ਕਰਕੇ ਸਲਾਈਡ ਨੂੰ ਦੇਖਣਾ, ਤੁਹਾਨੂੰ ਸਾਰੀਆਂ ਡਿਟੇਲਸ ਪਤਾ ਲੱਗ ਜਾਣਗੀਆਂ। ਵੈਸੇ ਬੁੱਕ ਦੇ ਵਿੱਚ ਵੀ ਦਿੱਤਾ ਹੋਇਆ ਬੜੀ ਚੰਗੀ ਤਰ੍ਹਾਂ। ਓਕੇ, ਨੈਕਸਟ ਬੱਚੇ ਇਹਦੇ ਵਿੱਚ ਹੈਗਾ ਯੂਨੀਵਰਸਲ ਇਮੂਨਾਈਜੇਸ਼ਨ ਪ੍ਰੋਗਰਾਮ। ਇਹ ਪਿੱਛੇ ਸਾਰਾ ਆਪਾਂ ਇਮੂਨਾਈਜੇਸ਼ਨ ਦੇ ਨਾਲ ਹੀ ਪੜ੍ਹਦੇ ਪਏ ਹਾਂ। ਹੁਣ ਇਹਦੇ ਕੁਛ ਪ੍ਰੋਗਰਾਮ ਨੇ ਜਿਹੜਾ ਆਪਾਂ ਪੜ੍ਹਨੇ ਆ ਇਹਦੇ ਵਿੱਚ। ਯੂਨੀਵਰਸਲ ਇਮੂਨਾਈਜੇਸ਼ਨ ਪ੍ਰੋਗਰਾਮ ਇਜ਼ ਮੇਨਲੀ ਨੋਨ ਐਜ਼ UIP। ਯੂਨੀਵਰਸਲ ਇਮੂਨਾਈਜੇਸ਼ਨ ਪ੍ਰੋਗਰਾਮ ਦੀ ਉਹਨਾਂ ਨੇ ਸ਼ਾਰਟ ਫਾਰਮ ਦੇ ਦਿੱਤੀ ਆ, ਉਹਨੂੰ ਮੇਨਲੀ ਉਹਨਾਂ ਨੇ ਕਿਹਾ ਵੀ ਆਪਾਂ ਕੀ ਬੋਲਦੇ ਆ, UIP। U for universal, I for immunization, P for program. It was implemented in 1989-90। ਕਦੋਂ ਇਹਨੂੰ ਸ਼ੁਰੂ ਕੀਤਾ ਗਿਆ ਸੀ? 1989 ਦੇ ਵਿੱਚ 90 ਵਿੱਚ। It is the one of the key area under National Rural Health Mission of Government of India। ਕਿਹਦੇ ਅੰਡਰ ਕਵਰ ਕੀਤਾ ਗਿਆ ਸੀ? ਨੈਸ਼ਨਲ ਰੂਰਲ ਹੈਲਥ ਮਿਸ਼ਨ, ਗਵਰਨਮੈਂਟ ਆਫ ਇੰਡੀਆ। Certain diseases may require UIP to control them. This program usually targets infants in the first year of life so that immunity is completed as early as possible before the risk of infection। ਇਹਦੇ ਮੇਨ ਟਾਰਗੇਟ ਕੀ ਹੈਗਾ ਸੀ? ਜਿਹੜੇ ਇਨਫੈਂਟਸ ਹੁੰਦੇ ਛੋਟੇ ਬੱਚੇ, ਉਹਨਾਂ ਨੂੰ ਕਵਰ ਕਰਨਾ, ਜਿਹੜੇ ਫਸਟ ਈਅਰ ਦੇ ਮਤਲਬ 0 ਤੋਂ ਲੈ ਕੇ 1 ਸਾਲ ਵਾਲੇ ਬੱਚੇ, ਉਹਨਾਂ ਨੂੰ ਕੰਪਲੀਟਲੀ ਕਵਰ ਕਰਨਾ ਅਤੇ ਉਹਨਾਂ ਨੂੰ ਇਨਫੈਕਸ਼ਨ ਤੋਂ ਬਚਾਉਣਾ ਸੀ। ਇਹਦੇ ਵਿੱਚ ਉਹਨਾਂ ਡਿਸੀਜ਼ ਕਿਹੜੀਆਂ ਕੀਤੀਆਂ ਸੀ? ਉਹਨਾਂ ਨੇ ਐਡ ਕੀਤੀਆਂ ਡਿਸੀਜ਼ prevented through vaccine used in UIP, tuberculosis, poliomyelitis, diphtheria, pertussis, measles, tetanus, ਹੈਪੇਟਾਈਟਿਸ B, ਜਪੈਨਿਸ ਐਨਸੈਫੇਲਾਈਟਿਸ। ਇਹ ਸਾਰੀਆਂ ਡੋਜ਼ ਜਿਹੜੀਆਂ ਸੀ ਉਦੋਂ ਬਿਮਾਰੀਆਂ ਜਿਹੜੀਆਂ ਸੀ ਕਵਰ ਕੀਤੀਆਂ ਗਈਆਂ ਸੀ। ਜੀ ਟਿਊਬਰਕਲੋਸਿਸ ਆਪਾਂ ਕਿਹਨੂੰ ਬੋਲ ਲੈਂਦੇ ਹਾਂ? TB ਹੋ ਜਾਂਦੀ ਆ। ਪੋਲੀਓਮਲਾਈਟਿਸ ਵਾਇਰਸ ਜਿਹੜੇ ਉਹ ਪੋਲੀਓ ਵਾਲਾ ਉਹ ਹੋ ਜਾਂਦਾ ਵਾ। ਡਿਪਥੀਰੀਆ, ਪਰਟੂਟਸ ਜਿਹਨੂੰ ਆਪਾਂ ਪੰਜਾਬੀ 'ਚ ਕਾਲੀ ਖੰਘ ਬੋਲਦੇ ਹਾਂ, ਉਹਨੂੰ ਇਹ ਵਾਲੀਆਂ ਦਵਾਈਆਂ ਇਹ ਵਾਲੀਆਂ ਜਿਹੜੀਆਂ ਸੀ ਐਡ ਕੀਤੀਆਂ ਸੀ। ਬਿਮਾਰੀਆਂ ਜਿਹੜੀਆਂ ਸੀ ਇਹਨਾਂ ਤੋਂ ਬਚਾਉਣ ਵਾਸਤੇ ਸਾਰੀਆਂ ਬਿਮਾਰੀਆਂ ਦੇ ਵਿਰੁੱਧ ਜਿਹੜਾ ਇਮੂਨਾਈਜੇਸ਼ਨ ਪ੍ਰੋਗਰਾਮ ਸੀ ਬਣਾਇਆ ਗਿਆ ਸੀ। ਉਦੋਂ ਉਸ ਟਾਈਮ 'ਤੇ ਵਿਟਾਮਿਨ ਏ ਨਾਟ ਵੈਕਸੀਨ ਇਜ਼ ਏ ਨਿਊਟ੍ਰੀਸ਼ਨ ਸਪਲੀਮੈਂਟ ਇਜ਼ ਨਾਟ ਅ ਵੈਕਸੀਨ। ਵਿਟਾਮਿਨ ਏ ਕੀ ਹੈਗਾ? ਇੱਕ ਵੈਕਸੀਨ ਨਹੀਂ ਹੈਗਾ, ਨਿਊਟ੍ਰੀਸ਼ਨ ਸਪਲੀਮੈਂਟ ਹੈਗਾ। ਜਿੱਦਾਂ ਮਤਲਬ ਕਿ ਬੱਚੇ ਦੇ ਐਜ਼ ਅ ਨਿਊਟ੍ਰੀਸ਼ਨ ਉਹਨੂੰ ਆਪਾਂ ਦੇਣਾ ਹੈਗਾ, ਉਹ ਐਡ ਕੀਤਾ ਸੀ ਸਾਰੇ ਉਦੋਂ UIP ਯੂਨੀਵਰਸਲ ਇਮੂਨਾਈਜੇਸ਼ਨ ਪ੍ਰੋਗਰਾਮ ਨੇ ਐਡ ਕੀਤਾ ਸੀ। ਨੈਕਸਟ ਇਹਦੇ ਕੀ ਕੰਪੋਨੈਂਟਸ ਕੀ ਹੈਗੇ ਆ UIP ਦੇ, ਉਹਦੇ ਬਾਰੇ ਮੈਂ ਤੁਹਾਨੂੰ ਦੱਸਾਂਗੀ, ਥੋੜ੍ਹੀ ਡਿਟੇਲ ਦੇਵਾਂਗੀ। ਉਹਦੇ ਵਿੱਚ ਬੱਚਿਓ ਸਭ ਤੋਂ ਪਹਿਲਾਂ ਆ ਜਾਂਦਾ ਹੈਗਾ ਵਾ ਹਿਊਮਨ ਰਿਸੋਰਸ। ਹਿਊਮਨ ਰਿਸੋਰਸ ਕੀ ਹੁੰਦੇ ਆ ਕਿ ਆਪਾਂ ਨੇ ਕਰਨੇ ਹੈਗੇ ਆ
ਹਿਊਮਨ ਰਿਸੋਰਸਿਸ ਕੀ ਹੁੰਦੇ ਆ, ਮਨੁੱਖੀ ਸਰੋਤ, ਮਤਲਬ ਕਿ ਮੰਨ ਲਓ ਇੰਜੈਕਸ਼ਨ ਤੇ ਬਣ ਗਏ ਸਾਰੇ, ਦਵਾਈਆਂ ਵੀ ਪ੍ਰਪੇਅਰ ਹੋ ਗਈਆਂ, ਜੇ ਉਹਨਾਂ ਨੂੰ ਮਤਲਬ ਕਿ ਜਿੱਥੋਂ ਤੱਕ ਹੀ ਪਹੁੰਚਾਉਣਾ ਉਹ ਪਹੁੰਚਾਉਣ ਵਾਲੇ ਲੋਕ ਨਹੀਂ ਹੋਣਗੇ ਤੇ ਦਵਾਈਆਂ ਬਣੀਆਂ ਦਾ ਕੀ ਫਾਇਦਾ ਹੋਏਗਾ। ਇਸ ਕਰਕੇ ਮਨੁੱਖੀ ਸਰੋਤ ਹੋਣਾ ਬਹੁਤ ਜ਼ਰੂਰੀ ਹੈ ਕਿ ਉਹਨਾਂ ਲੋਕਾਂ ਨੂੰ, ਉਹਨਾਂ ਦਵਾਈਆਂ ਨੂੰ ਲੋਕਾਂ ਤੱਕ ਪਹੁੰਚਾਉਣ ਵਾਲੇ ਲੋਕ ਵੀ ਹੋਣੇ ਚਾਹੀਦੇ ਆ। ਜਿੱਦਾਂ ਸਾਡੇ ਕੋਲ ਹੁਣ ਅੱਜ ਕੱਲ੍ਹ ਬਹੁਤ ਸਾਰੇ ਲੋਕ ਕੰਮ ਕਰਦੇ ਨੇ, ਹੈਲਥ ਵਰਕਰਸ ਨੇ, ਮੈਡੀਕਲ ਡਾਕਟਰ ਨੇ, ਹੌਸਪੀਟਲ ਨੇ, ਕਲੀਨਿਕ ਨੇ, ਆਸ਼ਾ ਵਰਕਰ ਨੇ, ਪੈਰਾਮੈਡੀਕਲ ਸਟਾਫ, ਇਹ ਸਾਰਾ ਮਾਈਕਰੋ ਪਲੈਨਿੰਗ ਹੋਣੀ ਚਾਹੀਦੀ ਆ। ਮਤਲਬ ਕਿ ਕਿਵੇਂ ਸਟਾਰਟ ਕਰਨਾ, ਕਿੱਥੋਂ ਸਟਾਰਟ ਕਰਨਾ, ਹਰ ਕੰਮ ਪ੍ਰੋਫੈਸ਼ਨਲੀ ਪਲੈਨਿੰਗ ਦੇ ਨਾਲ। ਕਪੈਸਿਟੀ ਬਿਲਡਿੰਗ, ਸਮਰੱਥਾ ਹੋਣੀ ਚਾਹੀਦੀ ਹੈ, ਨਿਰਮਾਣ ਸਮਰੱਥਾ ਵੀ ਕਿੰਨੀ ਕੁ ਸਮਰੱਥਾ ਦੇ ਨਾਲ ਜਿਹੜਾ ਵਾ ਕੰਮ ਕਰਨਾ ਵਾ। ਲੌਜਿਸਟਿਕ ਮੈਨੇਜਮੈਂਟ, ਸਾਜੋ ਸਮਾਨ ਦਾ ਸਾਰਾ ਸਮਾਨ ਹੋਣਾ ਚਾਹੀਦਾ, ਮਤਲਬ ਕਿ ਮੈਨੇਜਮੈਂਟ ਵੈਲ ਐਂਡ ਗੁੱਡ ਹੋਣੀ ਚਾਹੀਦੀ ਆ। ਫਿਰ ਹੀ ਆਪਾਂ ਇੰਨੀ ਸਾਡੀ ਪਾਪੂਲੇਸ਼ਨ ਹੈਗੀ ਆ ਕੰਟਰੀ ਦੀ, ਤਾਂ ਹੀ ਆਪਾਂ ਇੰਨਾ ਵੱਡਾ ਪ੍ਰੋਗਰਾਮ ਕਵਰ ਕਰਾਂਗੇ ਨੇ, ਜੇ ਸਾਡੀ ਪ੍ਰੋਪਰ ਮੈਨੇਜਮੈਂਟ ਹੈਗੀ ਆ। ਸੁਪਰਵਿਜ਼ਨ ਅਤੇ ਮੋਨੀਟਰਿੰਗ ਹੋਣੀ ਚਾਹੀਦੀ ਆ, ਮਤਲਬ ਕਿ ਉਹਨਾਂ ਨੂੰ ਜੋ ਪ੍ਰੋਗਰਾਮ ਚੱਲਦਾ ਪਿਆ ਉਹਨਾਂ ਦੀ ਸੁਪਰਵਿਜ਼ਨ ਕਰਨ ਵਾਲੇ ਵੀ ਲੋਕ ਹੋਣੇ ਚਾਹੀਦੇ ਆ, ਅਤੇ ਮੋਨੀਟਰ ਵੀ ਕਰਨੇ ਚਾਹੀਦੇ ਕਿ ਕਿੰਨੇ ਲੋਕ ਕਵਰ ਹੋ ਗਏ, ਕਿੰਨੇ ਰਹਿ ਗਏ, ਸਾਰਾ ਇਹ ਦੇਖਣ ਵਾਲੇ ਵੀ ਹੋਣਾ ਚਾਹੀਦਾ। ਫਿਰ ਹੀ ਸਾਨੂੰ ਪਤਾ ਲੱਗੇਗਾ ਨਾ ਕਿ ਸਾਡੀ ਪਾਪੂਲੇਸ਼ਨ ਕਿੰਨੀ ਕਵਰ ਹੋ ਗਈ ਆ, ਕਿੰਨੀ ਰਹਿ ਗਈ ਆ, ਸਾਰਾ। ਉਸ ਤੋਂ ਬਾਅਦ ਡਾਟਾ ਫੋਰ ਐਕਸ਼ਨ, ਮਤਲਬ ਕਿ ਜੇ ਕੋਈ ਰਹਿ ਜਾਂਦਾ ਵਾ ਤਾਂ ਕਿਵੇਂ ਐਕਸ਼ਨ ਪਲਾਨ ਕਰਨਾ ਹੈਗਾ ਕਾਰਵਾਈ ਲਈ, ਕੋਈ ਵੀ ਜੇ ਹੁੰਦੀ ਆ ਤਾਂ ਕਿਵੇਂ ਕਾਰਵਾਈ ਸਾਰੀ ਕਰਨੀ ਆ, ਉਹ ਵਾਲੀ ਹੋਣੀ ਚਾਹੀਦਾ ਸਾਰੇ। ਇਹਦੇ ਵਿੱਚ ਜਿਹੜਾ ਹੀ ਮੁੱਖ ਹਿੱਸਾ ਹੀ ਉਹਨਾਂ ਦਾ ਪ੍ਰੋਗਰਾਮ ਦਾ। ਸਭ ਤੋਂ ਪਹਿਲਾਂ ਸੋਸ਼ਲ ਮੋਬਿਲਾਈਜੇਸ਼ਨ, ਸਮਾਜਿਕ ਹੱਲਾਸ਼ੇਰੀ ਹੋਣੀ ਚਾਹੀਦੀ ਆ। ਦੇਖੋ ਤੁਸੀਂ ਮੈਡੀਸਿਨ ਬਣਾ ਲਈ, ਤੁਹਾਡੇ ਕੋਲ ਹਿਊਮਨ ਰਿਸੋਰਸ ਵੀ ਹੋ ਗਏ, ਮੈਨੇਜਮੈਂਟ ਵੀ ਹੋ ਗਈ, ਪਲੈਨਿੰਗ ਵੀ ਹੋ ਗਈ, ਅਤੇ ਜਦੋਂ ਤੁਸੀਂ ਲੋਕਾਂ ਦੇ ਵਿੱਚ ਗਏ ਉਸ ਇੰਜੈਕਸ਼ਨ ਨੂੰ ਅਪਲਾਈ ਕਰਨ ਵਾਸਤੇ, ਸਾਡੇ ਪਿੰਡਾਂ ਦੇ ਵਿੱਚ ਵੈਸੇ ਵੀ ਬੜਾ ਹੋ ਜਾਂਦਾ ਕਿ ਜਦੋਂ ਕੋਈ ਨਵੀਂ ਚੀਜ਼ ਆਉਂਦੀ ਹੈ ਤਾਂ ਆਪਾਂ ਪਹਿਲਾਂ ਉਹਦੇ ਡਰੋਬੈਕ ਵੇਖਦੇ ਆ, ਸਾਈਡ ਇਫੈਕਟ ਦੇਖਦੇ ਆ ਵੀ ਪਤਾ ਨਹੀਂ ਇੰਜੈਕਸ਼ਨ ਕਾਹਦਾ ਹੋਣਾ ਵਾ, ਕਿਵੇਂ ਲੱਗਣਾ, ਸਾਡੇ ਬੱਚਿਆਂ ਵਾਸਤੇ ਠੀਕ ਵੀ ਹੋਏਗਾ। ਵੈਸੇ ਵੀ ਲੋਕ ਬੱਚਿਆਂ ਨੂੰ ਲੈ ਕੇ ਰਿਸਕ ਨਹੀਂ ਲੈਂਦੇ ਹੈਗੇ, ਇਸ ਕਰਕੇ ਉਹਦੀ ਮਤਲਬ ਕਿ ਸਮਾਜਿਕ ਹੱਲਾਸ਼ੇਰੀ ਇੱਕ ਜਿਹੜੀ ਆਪਾਂ ਕਰਨੀ ਆ, ਜਾਂ ਸਮਾਜਿਕ ਹੱਲਾਸ਼ੇਰੀ ਹੋਣੀ ਚਾਹੀਦੀ ਹੈ ਕਿ ਉਹ ਇਹਨੂੰ ਮਤਲਬ ਕਿ ਮੇਨ ਟਾਰਗੇਟ ਜਿਹੜਾ ਪੂਰਾ ਕੀਤਾ ਜਾਵੇ। ਫਾਈਨੈਂਸ਼ੀਅਲ ਰਿਸੋਰਸ ਵੀ, ਫਾਈਨੈਂਸ਼ੀਅਲ ਮਤਲਬ ਕਿ ਆਮਦਨ, ਵਿੱਤੀ ਸਰੋਤ ਵੀ ਇਹ ਬਹੁਤ ਜ਼ਰੂਰੀ ਹੀ। ਕੋਆਰਡੀਨੇਸ਼ਨ ਐਂਡ ਵਰਕ ਇਨਵਾਇਰਮੈਂਟ, ਹੁਣ ਜੇ ਤਾਲਮੇਲ ਹੋਏਗਾ ਲੋਕਾਂ ਦਾ ਹੈਲਥ ਵਰਕਰਸ ਦੇ ਨਾਲ, ਡਾਕਟਰਸ ਦੇ ਨਾਲ, ਨਰਸਿਸ ਦੇ ਨਾਲ, ਅਤੇ ਫਿਰ ਹੀ ਵਧੀਆ ਸੂਟੇਬਲ ਇਨਵਾਇਰਮੈਂਟ ਮਿਲੇਗਾ ਨਾ ਉਸ ਮਤਲਬ ਕਿ ਚੀਜ਼ ਕੰਮ ਕਰਨ ਵਾਸਤੇ, ਇਹ ਬਹੁਤ ਜ਼ਰੂਰੀ ਹੀ। ਲਿੰਕੇਜ ਵਿਦ ਅਦਰ ਮੈਟਰਨਲ ਐਂਡ ਚਾਈਲਡ ਹੈਲਥ ਇੰਟਰਵੈਂਸ਼ਨ, ਮਤਲਬ ਕਿ ਜਿਹੜੀਆਂ ਹੋਰ ਕੰਪਨੀਆਂ ਹੈਗੀਆਂ ਸੀ ਜਿਨ੍ਹਾਂ ਦੇ ਨਾਲ ਆਪਾਂ ਕੰਸਰਨ ਕਰਕੇ, ਜਿਹੜੀਆਂ ਦੂਸਰੀਆਂ ਮੈਟਰਨਲ ਜਾਂ ਚਾਈਲਡ NGOs ਹੈਗੇ ਸੀ, ਕੰਪਨੀਜ਼ ਹੈਗੀਆਂ ਸੀ, ਉਹਨਾਂ ਦੇ ਨਾਲ ਕੰਟੈਕਟ ਕਰਕੇ ਅਤੇ ਆਪਾਂ ਉਹਨਾਂ ਦੇ ਨਾਲ ਮਤਲਬ ਕਿ ਉਹਨਾਂ ਨੇ UIP ਵਾਲੇ ਜਿਹੜੇ ਉਹਨਾਂ ਦੇ ਨਾਲ ਤਾਲਮੇਲ ਕਰਕੇ ਅਤੇ ਆਪਣਾ ਪ੍ਰੋਗਰਾਮ ਜਿਹੜਾ ਸੀ ਉਹਨੂੰ ਇੰਪਲਾਂਟ ਕੀਤਾ ਸੀ, ਜਾਂ ਉਹਨੂੰ ਅੱਗੇ ਸ਼ੁਰੂ ਕੀਤਾ ਸੀ। ਨੈਕਸਟ ਬੱਚੇ ਉਹਦੇ ਵਿੱਚ ਆ ਗਿਆ ਡੈਫੀਨੇਸ਼ਨ ਆਫ ਪੋਲੀਓਮਲਾਈਟਿਸ। ਪੋਲੀਓਮਲਾਈਟਿਸ ਕੀ ਹੁੰਦਾ? ਪੋਲੀਓ ਵਾਇਰਸ। It is a highly infectious communicable disease by poliovirus and clinically characterized by fever, headache, vomiting, meningitis, muscle pain and sudden paralysis. ਪੋਲੀਓ ਉਹਦੀ ਡੈਫੀਨੇਸ਼ਨ ਦਿੱਤੀ ਹੋਈ ਹੈ ਪੋਲੀਓ ਦੀ। ਪੋਲੀਓ ਨੇ ਕੀ ਕਿਹਾ ਕਿ ਇੱਕ ਬਹੁਤ ਜ਼ਿਆਦਾ ਇਨਫੈਕਸ਼ੀਅਸ ਕਮਿਊਨੀਕੇਬਲ ਡਿਸੀਜ਼ ਹੈਗੀ ਸੀ, ਜਿਹਨੂੰ ਕੌਣ ਕਵਰ ਕਰਦਾ ਸੀ? ਪੋਲੀਓ ਵਾਇਰਸ, ਮਤਲਬ ਕਿ ਤਾਂ ਹੀ ਉਹਨੂੰ ਪੋਲੀਓ ਦਾ ਬੂੰਦਾ ਬੋਲਦੇ ਨਾ। ਉਹ ਵਾਇਰਸ ਦਾ ਨਾਂ ਕੀ ਸੀ? ਪੋਲੀਓ। ਅਤੇ ਉਹਦੇ ਕੀ ਸਾਇੰਸ ਹੁੰਦੇ ਸੀ? ਬੱਚੇ ਨੂੰ ਫੀਵਰ ਹੁੰਦਾ ਸੀ, ਹੈਡੇਕ ਸਿਰ ਦਰਦ ਹੁੰਦੀ ਸੀ, ਅੱਗੇ ਵੋਮਟਿੰਗਸ ਉਲਟੀਆਂ ਆਉਂਦੀਆਂ ਸੀ, ਮੈਨੇਜਾਈਟਿਸ ਜਿਹੜਾ ਆਪਾਂ ਦਿਮਾਗੀ ਮਤਲਬ ਕਿ ਕਹਿ ਲੈਂਦੇ ਹਾਂ ਬੁਖਾਰ, ਜਾਂ ਜਿਹੜੀ ਸਾਡੀ ਦਿਮਾਗ ਦੀ ਪ੍ਰੋਬਲਮ ਹੋ ਜਾਂਦੀ ਸੀ, ਮਸਲ ਪੇਨ ਹੁੰਦੇ, ਮਾਸਪੇਸ਼ੀਆਂ, ਅਤੇ ਸਡਨ ਪੈਰਾਲਾਈਜ਼ ਹੋ ਜਾਣਾ, ਜਦੋਂ ਮੰਨ ਲਓ ਸਾਡਾ ਕੋਈ ਸਰੀਰ ਦਾ ਬੋਡੀ ਪਾਰਟ ਹੈ ਬਿਲਕੁਲ ਡੈੱਡ ਹੋ ਜਾਣਾ, ਇਹ ਹੁੰਦਾ ਸੀ। ਤੁਸੀਂ ਆਮ ਹੁਣ ਤਾਂ ਚਲੋ ਕੋਈ ਕੇਸ ਨਹੀਂ ਮਿਲਦਾ ਹੈਗਾ ਪੋਲੀਓ ਦਾ, ਅਤੇ ਜੇ ਤੁਸੀਂ ਪਹਿਲਾਂ ਕੋਈ ਵੇਖਿਆ ਹੋਏਗਾ ਜਾਂ ਉਹਦੇ ਕੋਈ ਇੱਕ ਹੱਥ, ਬਾਂਹ, ਲੱਤ ਉਹ ਨਹੀਂ ਕੰਮ ਕਰਦੀ ਹੋਏਗੀ, ਜਿਹੜੇ ਲੋਕ ਇਸ ਮਤਲਬ ਕਿ ਵਾਇਰਸ ਕਰਕੇ ਇਫੈਕਟ ਹੋਏ ਹੋਣਗੇ। ਜਿਵੇਂ ਤੁਸੀਂ ਪਿਕ 'ਚ ਦੇਖੋ, ਉਹ ਬੱਚੇ ਦੋਨਾਂ 'ਚ ਸ਼ੋਅ ਹੋ ਰਹੇ ਨੇ ਕੁਛ ਨਾ ਕੁਛ, ਅਤੇ ਅਬਨੋਰਮਲ ਹੈ ਨਾ ਉਹਨਾਂ ਵਿੱਚ। ਸੋ ਪਲਸ ਪੋਲੀਓ ਇਮੂਨਾਈਜੇਸ਼ਨ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਇੰਟਰੋਡਕਸ਼ਨ ਉਹਨਾਂ ਨੇ ਦਿੱਤੀ ਆ। ਇਟ ਇਜ਼ ਐਨ ਇਮੂਨਾਈਜੇਸ਼ਨ ਕੈਂਪੇਨ established by the Government of India in 1995 to 96 to eradicate polio in India by vaccination all children under the age of 5 years। ਕਹਿੰਦੇ ਜਦੋਂ ਬਹੁਤ ਜ਼ਿਆਦਾ ਹੀ ਉਦੋਂ ਬਿਮਾਰੀ ਜਾਂ ਵਾਇਰਸ ਦੇ ਨਾਲ ਲੋਕ ਅਫੈਕਟ ਹੁੰਦੇ ਸੀ, ਅਤੇ ਉਹਦੇ ਵਿੱਚ
ਇਹਨਾਂ ਨੇ ਜਿਹੜਾ ਹੈਗਾ ਇਮਿਊਨਾਈਜੇਸ਼ਨ ਕੈਂਪੇਨ ਜਿਹੜੀ ਹੈਗੀ ਆ ਉਹ ਐਸਟੈਬਲਿਸ਼ ਕੀਤੀ ਗੌਰਮੈਂਟ ਆਫ ਇੰਡੀਆ ਨੇ। ਕਦੋਂ ਸ਼ੁਰੂ ਕੀਤੀ? 1995 ਤੋਂ 1996 ਦੇ ਵਿੱਚ। ਠੀਕ ਆ। ਇਹਦੇ ਵਿੱਚ ਜਿਹੜੀ ਵੈਕਸੀਨੇਸ਼ਨ ਕੀਤੀ ਜਾਂਦੀ ਸੀ ਕਿੱਥੋਂ ਤੱਕ? 5 ਸਾਲ ਦੇ ਬੱਚਿਆਂ ਨੂੰ ਜਿਹੜੀ ਵੈਕਸੀਨੇਸ਼ਨ 5 ਸਾਲ ਤੋਂ ਘੱਟ ਦੀ ਉਮਰ ਦੇ ਜਿਹੜੇ ਬੱਚੇ ਸੀ ਉਹਨਾਂ ਨੂੰ ਬੂੰਦਾਂ ਪੋਲੀਓ ਦੀਆਂ ਪਿਲਾਈਆਂ ਜਾਂਦੀਆਂ ਸੀ ਜਾਂ ਟੀਕੇ ਲਾਏ ਜਾਂਦੇ ਸੀ। ਵਿਦ ਦਾ ਹੈਲਪ ਆਫ ਦਿਸ ਪ੍ਰੋਗਰਾਮ ਇਨ 2012 ਇੰਡੀਆ ਵਾਜ਼ ਡਿਕਲੇਅਰਡ ਫ੍ਰੀ ਆਫ ਪੋਲੀਓ ਬਾਏ WHO। ਇਹ ਇੱਕ ਬਹੁਤ ਵੱਡੀ ਔਰ ਮਾਣ ਵਾਲੀ ਗੱਲ ਸੀ ਸਾਡੀ ਕੰਟਰੀ ਵਾਸਤੇ। WHO ਨੇ ਇਹ ਵਾਲੇ ਪ੍ਰੋਗਰਾਮ ਹੈਲਪ ਮਤਲਬ ਕਿ ਸਾਰੇ ਜਿਹੜਾ ਪਲਸ ਪੋਲੀਓ ਇਮਿਊਨਾਈਜੇਸ਼ਨ ਪ੍ਰੋਗਰਾਮ ਇਹਦੀ ਹੈਲਪ ਦੇ ਨਾਲ 2012 ਦੇ ਵਿੱਚ ਜਿਹੜਾ ਹੀ ਸਾਡਾ ਦੇਸ਼ ਜਿਹੜੀ ਹੀ ਇੰਡੀਆ ਕੰਟਰੀ ਸੀ ਉਹ ਪੋਲੀਓ ਫ੍ਰੀ ਹੋ ਗਿਆ ਸੀ। ਉਹਨਾਂ ਡਿਕਲੇਅਰ ਕਰਤਾ ਸੀ। WHO ਇੱਕ ਸੰਸਥਾ ਵਾ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਮਤਲਬ ਕਿ ਇੱਕ ਇੰਟਰਨੈਸ਼ਨਲ ਸੰਸਥਾ ਜਿਹੜੀ ਸਿਹਤ ਸੰਭਾਲ ਦੇ ਕੰਮਾਂ ਵਾਸਤੇ ਕੰਮ ਕਰਦੀਆਂ ਲੋਕਾਂ ਦੀ ਹੈਲਥ ਵਾਸਤੇ। ਉਹਨੇ ਇੱਕ ਡਿਕਲੇਅਰ ਕਰਤਾ ਸੀ, ਇੰਟਰਨੈਸ਼ਨਲ ਏਜੰਸੀ ਹੈਗੀ ਆ, ਉਹਨੇ ਡਿਕਲੇਅਰ ਕਰਤਾ ਸੀ ਕਿ ਪੋਲੀਓ ਦਾ ਜਿਹੜਾ ਵਾਇਰਸ ਹੈਗਾ ਵਾ ਭਾਰਤ ਵਿੱਚ ਕੋਈ ਕੇਸ ਨਹੀਂ ਹੈਗਾ। ਮਤਲਬ ਕਿ ਪੋਲੀਓ ਫ੍ਰੀ ਸਾਡੀ ਕੰਟਰੀ ਜਿਹੜੀ ਸੀ 2020 ਵਿੱਚ 2012 ਵਿੱਚ ਜਿਹੜਾ ਸੀ ਉਹਨਾਂ ਨੇ ਕਰਤਾ ਸੀ ਫ੍ਰੀ ਕਲੀਅਰ ਕਰਤਾ ਸੀ। ਉਹ ਸਾਡੇ ਵਾਸਤੇ ਬਹੁਤ ਵੱਡੀ ਮਾਣ ਵਾਲੀ ਗੱਲ ਸੀ। ਵੈਕਸੀਨੇਸ਼ਨ ਅਗੇਂਸਟ ਪੋਲੀਓ ਵਾਜ਼ ਸਟਾਰਟਡ ਇਨ 1978 ਵਿਦ IPI ਐਕਸਪੈਂਡਡ ਪ੍ਰੋਗਰਾਮ ਇਨ ਇਮਿਊਨਾਈਜੇਸ਼ਨ। ਫਿਰ ਵੀ ਵੈਕਸੀਨੇਸ਼ਨ ਉਹਨਾਂ ਨੇ ਜਿਹੜੀ ਸੀ ਪੋਲੀਓ ਦੀ ਸਟਾਰਟ ਕੀਤੀ ਸੀ ਕਿਹਦੇ ਨਾਲ? ਐਕਸਪੈਂਡਡ। ਪਹਿਲਾਂ ਤਾਂ ਸਿੰਪਲ ਪਲਸ ਪੋਲੀਓ ਇਮਿਊਨਾਈਜੇਸ਼ਨ ਪ੍ਰੋਗਰਾਮ ਹੀ, ਬਟ ਮਤਲਬ ਕਿ ਉਸ ਤੋਂ ਬਾਅਦ ਉਹਨਾਂ ਨੇ ਉਹਦਾ ਹੀ ਨਾਂ ਜਿਹੜਾ ਸੀ ਚੇਂਜ ਕਰਕੇ ਐਕਸਪੈਂਡਡ ਪ੍ਰੋਗਰਾਮ ਇਨ ਇਮਿਊਨਾਈਜੇਸ਼ਨ ਕਰਤਾ ਸੀ। 1985 ਦੇ ਵਿੱਚ UIP ਲਾਂਚ ਟੂ ਕਵਰ ਆਲ ਦਾ ਡਿਸਟ੍ਰਿਕਟ ਆਫ ਇੰਡੀਆ। UIP ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹੈ। ਇਹਦੀ ਫੁੱਲ ਫਾਰਮ ਯੂਨੀਵਰਸਲ ਇਮਿਊਨਾਈਜੇਸ਼ਨ ਪ੍ਰੋਗਰਾਮ। 1985 ਵਿੱਚ ਉਹਨਾਂ ਨੇ ਸਾਰੀਆਂ ਮਤਲਬ ਕਿ ਜਿੰਨੀਆਂ ਡਿਸਟ੍ਰਿਕਟਸ ਹੈਗੀਆਂ ਸੀ ਇੰਡੀਆ ਦੀ ਉਹ ਕਵਰ ਕਰਨੀਆਂ ਸੀ। 1995 ਇੰਡੀਆ ਲਾਂਚ ਪਲਸ ਪੋਲੀਓ ਇਮਿਊਨਾਈਜੇਸ਼ਨ ਪ੍ਰੋਗਰਾਮ ਅਲੋਂਗ ਵਿਦ UIP ਵਿਚ ਏਮਡ ਐਟ 100% ਕਵਰੇਜ ਅੰਡਰ ਪੋਲੀਓ ਵੈਕਸੀਨ। ਅਤੇ 1995 ਦੇ ਵਿੱਚ ਉਹਨਾਂ ਇੱਕ ਪ੍ਰੋਗਰਾਮ ਲਾਂਚ ਕੀਤਾ ਪਲਸ ਪੋਲੀਓ ਇਮਿਊਨਾਈਜੇਸ਼ਨ ਪ੍ਰੋਗਰਾਮ ਨੇ ਕਿਹਦੇ ਨਾਲ ਮਿਲ ਕੇ? UIP ਦੇ ਨਾਲ, ਕਿ 100% ਜਿਹੜੀ ਕਵਰੇਜ ਕਰਨੀ ਹੈਗੀ ਆਪਾਂ ਪਲਸ ਪੋਲੀਓ ਵੈਕਸੀਨੇਸ਼ਨ ਦੀ। ਇਹ ਸਾਰਾ ਬੱਚੇ ਪਲਸ ਪੋਲੀਓ ਇਮਿਊਨਾਈਜੇਸ਼ਨ ਪ੍ਰੋਗਰਾਮ ਬਾਰੇ ਸੀ। ਹੁਣ ਆਪਾਂ ਅੱਗੇ ਤੁਹਾਨੂੰ ਇੰਟਰੋਡਕਸ਼ਨ ਦੇਵਾਂਗੇ ਇਹਦੀ ਜਿਹੜੀ ਲੱਗਦੀਆਂ ਵਾ ਵੈਕਸੀਨੇਸ਼ਨ। ਡਾਕਟਰ ਅਲਬਰਟ ਸੈਬਨ ਡਿਵੈਲਪ ਔਰਲ ਪੋਲੀਓ ਵੈਕਸੀਨ। ਕਿੰਨੇ ਉੱਤੇ ਦਿੱਤਾ ਹੋਇਆ ਨਾਂ ਡਾਕਟਰ ਜਿਨ੍ਹਾਂ ਨੇ ਔਰਲ ਪੋਲੀਓ ਵੈਕਸੀਨ ਡਿਵੈਲਪ ਕੀਤੀ ਸੀ। ਟਾਈਪਸ ਆਫ ਵੈਕਸੀਨ ਇਹਦੀਆਂ 2 ਤਰ੍ਹਾਂ ਦੀਆਂ ਹੁੰਦੀਆਂ ਵਾ। OPV ਔਰਲ ਪੋਲੀਓ ਵੈਕਸੀਨ ਯਾਨੀ ਕਿ ਔਰਲ ਮਤਲਬ ਕਿ ਮੂੰਹ ਦੇ ਰਾਹੀਂ ਬੂੰਦਾਂ ਦੇਣੀਆਂ। IPY ਇਨਐਕਟੀਵੇਟ ਪੋਲੀਓ ਵਾਇਰਸ ਅਤੇ ਇੰਜੈਕਸ਼ਨ ਦੇ ਇਨਐਕਟੀਵੇਟਡ ਪੋਲੀਓ ਵੈਕਸੀਨ ਮਤਲਬ ਇੰਜੈਕਸ਼ਨ ਦੇ ਥਰੂ ਵੀ ਜਿੱਦਾਂ ਦੇਖੋ ਫੋਟੋ ਦੇ ਵਿੱਚ ਦਿੱਤਾ ਜਾਂਦਾ ਵਾ। ਨੈਕਸਟ ਬੱਚੇ ਦੇ ਕੀ ਕੰਪੋਨੈਂਟਸ ਹੈਗੇ ਨੇ ਪਲਸ ਪੋਲੀਓ ਇਮਿਊਨਾਈਜੇਸ਼ਨ ਪ੍ਰੋਗਰਾਮ ਦੇ? ਰੂਟੀਨ ਇਮਿਊਨਾਈਜੇਸ਼ਨ ਮਤਲਬ ਕਿ ਰੂਟੀਨ ਦੇ ਵਿੱਚ ਇਮਿਊਨਾਈਜੇਸ਼ਨ ਕਰਾਉਣੀ। ਸਪਲੀਮੈਂਟਰੀ ਇਮਿਊਨਾਈਜੇਸ਼ਨ ਐਕਟੀਵਿਟੀਜ਼ ਜੋ ਐਕਸਟਰਾ ਐਕਟੀਵਿਟੀਜ਼ ਹੈਗੀਆਂ ਨੇ ਸਹਾਇਕ ਐਕਟੀਵਿਟੀਜ਼ ਜਿਨ੍ਹਾਂ ਨੂੰ ਆਪਾਂ ਕਹਿ ਲੈਂਦੇ ਉਹ ਹਾਈਡ ਕਰਨੀਆਂ। ਸਰਵੇਲੀਅੰਸ ਐਂਡ ਇਨਵੈਸਟੀਗੇਸ਼ਨ ਆਫ ਕੇਸਿਸ ਆਫ ਅਕਿਊਟ ਫਲੈਸਿਡ ਪੈਰਾਲਾਈਸਿਸ। ਜੋ ਵੀ ਮਤਲਬ ਕਿ ਹੈਗੇ ਨੇ ਕੇਸਿਸ ਅਕਿਊਟ ਹੈਗੇ ਜਾਂ ਮਤਲਬ ਕਿ ਪੂਰੀ ਇਨਵੈਸਟੀਗੇਸ਼ਨ ਕਰਨੀ। ਇਹਦੇ ਕੀ ਕੰਪੋਨੈਂਟਸ ਹੈਗੇ ਸੀ। ਨੈਕਸਟ ਬੱਚਿਓ ਆਈ ਹੋਪ ਸੋ ਕਿ ਤੁਹਾਨੂੰ ਸਾਰਾ ਯੂਨਿਟ ਜਿਹੜਾ ਵਾ ਕਵਰ ਹੋ ਗਿਆ ਹੋਏਗਾ, ਅੱਛੀ ਤਰ੍ਹਾਂ ਸਮਝ ਲੱਗ ਗਈ ਹੋਏਗੀ। ਸਭ ਤੋਂ ਮੈਂ ਇੱਕ ਵਾਰ ਤੁਹਾਨੂੰ ਮਤਲਬ ਕਿ ਰਿਵਾਈਜ਼ ਕਰਵਾ ਦਿੰਦੀ ਹਾਂ ਦੁਬਾਰਾ। ਮੇਨ ਕੀ ਟੌਪਿਕ ਹੈਗੇ ਸੀ ਸਾਡੇ ਕੋਲ? ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਮਿਊਨਿਟੀ ਬਾਰੇ ਦੱਸਿਆ ਸੀ, ਇਹਦੀਆਂ ਟਾਈਪਸ ਇਮਿਊਨਿਟੀ ਦੀਆਂ, ਇਮਿਊਨਾਈਜੇਸ਼ਨ ਬਾਰੇ ਦੱਸਿਆ, ਉਹਦੀਆਂ ਟਾਈਪਸ ਬਾਰੇ ਦੱਸਿਆ। ਫਿਰ ਤੁਹਾਨੂੰ ਵੈਕਸੀਨੇਸ਼ਨ ਬਾਰੇ ਦੱਸਿਆ, ਵੈਕਸੀਨੇਸ਼ਨ ਵਰਕ ਕਿੱਦਾਂ ਕਰਦੀ ਆ, ਉਹਦੇ ਓਬਜੈਕਟਿਵਸ ਕੀ ਨੇ ਇਮਿਊਨਾਈਜੇਸ਼ਨ ਦੇ, ਇੰਪੋਰਟੈਂਸ ਕੀ ਆ ਵੈਕਸੀਨੇਸ਼ਨ ਦੀ, ਥੋੜ੍ਹੇ ਸਾਈਡ ਇਫੈਕਟ ਕੀ ਨੇ ਬੱਚਿਆਂ ਦੇ। ਇਮਿਊਨਾਈਜੇਸ਼ਨ ਸ਼ਡਿਊਲ ਵਿੱਚ ਮੈਂ ਤੁਹਾਨੂੰ ਸਾਰਾ ਦੱਸਿਆ ਵੀ ਕਿਹੜੀ ਡੋਜ਼ ਕਿੰਨੇ ਮਿਲੀ ਲੱਗਦੀ ਆ, ਕਿੱਥੇ ਲੱਗਦੀ ਆ, ਕਿੰਨੇ ਮੰਥ 'ਤੇ ਕਿੰਨੇ ਈਅਰਸ 'ਤੇ ਲੱਗਣੀਆਂ ਵਾ। ਉਸ ਤੋਂ ਬਾਅਦ ਯੂਨੀਵਰਸਲ ਇਮਿਊਨਾਈਜੇਸ਼ਨ ਪ੍ਰੋਗਰਾਮ UIP ਉਹਦੇ ਬਾਰੇ ਤੁਹਾਨੂੰ ਮੈਂ ਦੱਸਿਆ। ਫਿਰ ਕੀ ਕੰਪੋਨੈਂਟਸ ਉਹਦੇ ਕੀ ਸੀ। ਪੋਲੀਓ ਵਾਇਰਸ ਬਾਰੇ ਮੈਂ ਤੁਹਾਨੂੰ ਪੋਲੀਓਮਲਾਈਟਿਸ ਉਹਦੇ ਬਾਰੇ ਦੱਸਿਆ। ਉਹਦਾ ਜਿਹੜਾ ਪ੍ਰੋਗਰਾਮ ਪਲਸ ਪੋਲੀਓ ਇਮਿਊਨਾਈਜੇਸ਼ਨ ਪ੍ਰੋਗਰਾਮ ਦਾ ਉਹ ਦੱਸਿਆ ਕਿੱਦਾਂ ਕਰਦੇ ਆ, ਇੰਟਰੋਡਿਊਸ ਕਰਦੇ ਆ ਵੈਕਸੀਨੇਸ਼ਨ ਪੋਲੀਓ ਦੀ, ਉਹਦੇ ਬਾਰੇ ਕੀ ਕੰਪੋਨੈਂਟਸ। ਐਂਡ ਲਾਸਟ ਵਿੱਚ ਕੀ ਹੈਗਾ ਕੁਐਸਚਨ ਫੋਰ ਪ੍ਰੈਕਟਿਸ। ਆਹ ਕੁਐਸਚਨ ਦਿੱਤੇ ਹੋਏ ਨੇ, ਇਹ ਤੁਸੀਂ ਵੀਡੀਓ ਜਦੋਂ ਸਾਰੀ ਧਿਆਨ ਨਾਲ ਸੁਣ ਲਈ ਹੋਏਗੀ। ਜੇ ਸੁਣੋਗੇ ਅਤੇ ਜਿਹੜੇ ਕੁਐਸਚਨ ਨੇ ਵਿੱਚੋਂ ਹੀ ਵੀਡੀਓ ਦੇ ਲਏ ਗਏ ਨੇ ਅਤੇ ਉਹਨਾਂ ਦੇ ਆਨਸਰ ਵੀ ਵਿੱਚ ਹੀ ਦਿੱਤੇ ਆ।
ਤੁਸੀਂ ਵੀਡੀਓ ਸੁਣ ਕੇ ਇਹ ਕੁਐਸਚਨ ਨਾਲ ਵੇਖ ਕੇ ਲਾਸਟ ਤੇ ਉੱਥੋਂ ਆਨਸਰ ਨੋਟ ਕਰਨੇ ਆ ਤੇ ਕਾਪੀਜ਼ ਤੇ ਲਿਖਣੇ ਆ। ਮੈਂ ਤੁਹਾਨੂੰ ਇੱਕ ਵਾਰ ਕੁਐਸਚਨ ਰੀਡ ਕਰਕੇ ਦੱਸ ਦਿੰਦੀ ਆ। ਇਹਦੇ ਵਿੱਚ ਸਭ ਤੋਂ ਪਹਿਲਾ ਕੁਐਸਚਨ ਹੈਗਾ ਵਾਟ ਇਜ਼ ਇਮਿਊਨਿਟੀ। ਬਹੁਤ ਚੰਗੀ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਇਮਿਊਨਿਟੀ ਕੀ ਆ। ਸੈਕਿੰਡ ਹੈਗਾ ਐਕਸਪਲੇਨ ਟਾਈਪਸ ਆਫ ਇਮਿਊਨਿਟੀ, ਇਹ ਵੀ ਸਲਾਈਡ ਵਿੱਚ ਹੈਗੀ ਆ। ਰਾਈਟ ਦਾ ਡਿਫਰੈਂਸ ਬਿਟਵੀਨ ਐਕਟਿਵ ਐਂਡ ਪੈਸਿਵ ਇਮਿਊਨਿਟੀ, ਇਹਦੇ ਤੁਸੀਂ ਬਸ ਤੁਹਾਨੂੰ ਮੈਂ ਦੱਸਿਆ ਹੀ ਐਕਟਿਵ ਤੇ ਪੈਸਿਵ ਇਮਿਊਨਿਟੀ ਕੀ ਹੁੰਦੀ ਆ, ਬਸ ਡਿਫਰੈਂਸ ਦੱਸ ਦੇਣਾ ਵਾ। ਡਿਫਾਈਨ ਵੈਕਸੀਨ, ਇਹ ਵੀ ਡੈਫੀਨੇਸ਼ਨ ਹੈਗੀ ਆ। ਰਾਈਟ ਸਾਈਨ ਐਂਡ ਸਿੰਪਟਮ ਆਫ ਪੋਲੀਓਮਲਾਈਟਿਸ, ਸਾਈਨ ਸਿੰਪਟਮ ਮੈਂ ਤੁਹਾਨੂੰ ਦੱਸੇ ਹੀ, ਹੈਡੇਕ, ਫੀਵਰ, ਆਪਣਾ ਵੋਮਟਿੰਗ, ਪੈਰਾਲਾਈਸਿਸ। ਹੂ ਡਿਵੈਲਪ ਦਾ ਔਰਲ ਪੋਲੀਓ ਵੈਕਸੀਨ, ਇਹ ਵੀ ਡਾਕਟਰ ਦਾ ਨਾਮ ਦਿੱਤਾ ਹੋਇਆ ਸੀ, ਮੈਂ ਦੱਸਿਆ ਹੀ, ਤੁਸੀਂ ਉੱਥੋਂ ਦੇਖ ਕੇ ਲਿਖਣਾ ਵਾ ਤੇ ਲਰਨ ਕਰਨਾ ਵਾ। ਨੇਮ ਦਾ 2 ਡਿਫਰੈਂਟ ਟਾਈਪਸ ਆਫ ਪੋਲੀਓ ਵੈਕਸੀਨ। ਰਾਈਟ ਦਾ ਇੰਪੋਰਟੈਂਸ ਆਫ ਇਮਿਊਨਾਈਜੇਸ਼ਨ। 9th question, write the name of disease which are prevented with the help of immunization, in which year India is declared free of polio by WHO। ਇਹ ਵੀ ਮੈਂ ਤੁਹਾਨੂੰ ਬੜੀ ਵਾਰ ਐਕਸਪਲੇਨ ਕਰਕੇ ਤੇ ਬੜੀ ਵਾਰ ਹੀ ਮਤਲਬ ਕਿ ਮੈਂ ਰਿਪੀਟ ਕੀਤੀ ਸੀ ਗੱਲ ਵੀ ਕਿਹੜੇ ਸਾਲ ਦੇ ਵਿੱਚ ਆਪਣਾ ਜਿਹੜੀ ਹੈਗੀ ਸੀ ਇੰਡੀਆ ਫ੍ਰੀ ਆਫ ਪੋਲੀਓ ਹੋਇਆ ਸੀ, WHO ਨੇ ਡਿਕਲੇਅਰ ਕੀਤਾ ਸੀ। ਮੈਂ ਇੱਕ ਵਾਰ ਤੁਹਾਨੂੰ ਫੇਰ ਹੁਣ ਦੱਸ ਦਿੰਦੀ ਹਾਂ, 2012 ਦੇ ਵਿੱਚ ਜਿਹੜਾ ਸੀ ਆਪਣਾ ਇੰਡੀਆ ਫ੍ਰੀ ਆਫ ਪੋਲੀਓ ਡਿਕਲੇਅਰ ਹੋਇਆ ਸੀ। ਥੈਂਕ ਯੂ।